ਭੁਜੰਗ ਪ੍ਰਿਆਤ ਛੰਦ। ਫਿਰੇ 14 ਲੋਕਿਆਂ ਕਾਲ ਚੱਕਰੰ 14 ਲੋਕਾਂ ਦੇ ਵਿੱਚ ਕਾਲ ਦਾ ਚੱਕਰ ਫਿਰਦਾ ਹੈ। ਸਭੇ ਨਾਥ ਨਾਥੇ ਭ੍ਰਮ ਭਉ ਬਕਰੰ। ਜਿੰਨੇ ਆਪਣੇ ਆਪ ਨੂੰ ਨਾਥ ਬਣੇ ਫਿਰਦੇ ਨੇ ਨਾ, ਵੀ ਇੰਨਾ ਮੇਰੇ ਬਚ ਨੇ ਜੀ, ਮੇਰੀ ਗੱਲ ਇੰਨੇ ਲੋਕ ਮੰਨਦੇ ਨੇ, ਐਡਾ ਬੜਾ ਸਾਡਾ ਧਰਮ ਹੈ ਜੀ, ਉਹ ਸਾਰੇ ਨਾਥ ਉਹਦੇ ਕਾਬੂ ਜਿਹਨੇ ਨੱਥੇ ਹੋਏ ਸਭੇ ਨੇ। ਨਾਥ ਨਾਥੇ ਭਰਮੰ ਭਉ ਬਕਰੰ। ਪਰਮ ਪਾਉ ਬਕਰਮ, ਆਪਣਾ ਜਿਹੜਾ ਉਹਨਾਂ ਦਾ ਭਰਮ ਹੈ ਨਾ, ਉਹਨਾਂ ਦਾ ਭਰਮ ਹੈ, ਆਪਣੀ ਦ੍ਰਿਸ਼ਟੀ ਨਾਲ ਉਹਨਾਂ ਦਾ ਭਰਮ ਕੱਟਣ ਵਾਲਾ ਹੈ। ਉਹ ਬੋਲ ਕੇ ਉਹਦਾ ਉਹੀ ਭਰਮ ਦੂਰ ਕਰਨ ਵਾਲਾ ਹੈ ਸਾਰਿਆਂ ਦਾ। ਕਹਾਂ ਰਾਮ ਕ੍ਰਿਸ਼ਨੰ ਕਹਾਂ ਚੰਦ ਸੂਰੰ। ਕੀ ਤਾਂ ਰਾਮ, ਕੀ ਕ੍ਰਿਸ਼ਨ, ਕੀ ਚੰਦ, ਕੀ ਸੂਰਜ, ਸਾਰਿਆਂ ਵਾਸਤੇ ਹੀ। ਸਭੇ ਹੱਥ ਬਾਂਧੇ ਖੜੇ ਕਾਲ ਕਾਲ। ਹਜੂਰੰ। ਹਾਂ, ਸਾਰੇ ਕਾਲ ਦੇ ਹਜੂਰ ਹੱਥ ਬੰਨ ਕੇ ਖੜੇ ਨੇ। ਸਭੇ ਹੱਥ ਬਾਂਧੇ ਖੜੇ ਕਾਲ ਹਜੂਰੰ। ਕੀ ਤਾਂ ਰਾਮ, ਕੀ ਰਾਮਚੰਦਰ, ਕੀ ਕ੍ਰਿਸ਼ਨ, ਕੀ ਚੰਦ, ਕੀ ਸੂਰਜ, ਸਾਰੇ ਉਹਦੇ ਦਰਬਾਰ 'ਚ ਹੱਥ ਬੰਨੀ ਖੜੇ ਨੇ। ਹੁਣ ਭਗਵਾਨ ਤਾਂ ਕੋਈ ਛੱਡਿਆ ਹੀ ਨਹੀਂ ਇੱਥੇ। ਉਹ ਤਾਂ ਜਿਹੜੇ ਸਧਾਰਨ ਆਦਮੀਆਂ ਵਰਗੇ ਬਣਾ ਕੇ ਰੱਖਦੇ, ਸਾਰੇ ਕੋਈ ਨੇ, ਸਾਰਿਆਂ ਦੇ ਕੋਈ ਗੱਲ ਲਾਗੂ ਹੈ। ਕੋਈ ਵੱਡਾ ਚਾਹੇ ਛੋਟਾ, ਕੋਈ ਰੰਕਾ ਚਾਹੇ ਕੋਈ ਰਾਜਾ, ਜਿਹੜਾ ਆ ਜੇ ਸ਼ਰਨ ਕਾਲ ਦੀ ਬਾਜੂ, ਬਾਕੀ ਵੱਜਦਾ ਕੋਈ ਨਹੀਂ। ਤੇ ਫਿਰ ਉਹਦੇ ਡੰਡੇ ਦੇ ਥੱਲੇ ਤਾਂ ਸਾਰੇ ਇੱਕੋ ਜਿਹੇ ਨੇ, ਉਹਦਾ ਇੱਕੋ ਜਿਹਾ ਹੀ ਵੱਜਦਾ ਸਾਰਿਆਂ ਦੇ ਡੰਡਾ। ਉਹ ਲਿਹਾਜ਼ ਨਹੀਂ ਹੈ, ਉਹਦਾ VIP ਕੋਈ ਨਹੀਂ ਹੈਗਾ। ਉੱਥੇ ਤਾਂ ਨਿਮਰਤਾ ਵਾਲਾ VIP ਹੈ ਬਸ, ਜਿਹੜਾ ਉਹਦੇ ਦੀਵਾ ਉਹਦੇ ਡੰਡਾ ਨਹੀਂ ਲੱਗਦਾ, ਉੱਚਾ ਉੱਚਾ ਨਹੀਂ ਲੱਗਦਾ ਡੰਡਾ। ਜਾਂ ਤੋਂ ਡੰਡਾ ਚਲੋ ਉੱਚੇ ਹੀ ਵੱਢ ਹੋਣੇ, ਪਹਿਲਾਂ ਨੀਵੇਂ ਵੱਜ ਜਾਣਗੇ। ਜਿਹੜਾ ਨੀਵਾਂ ਵਜੂਗਾ, ਉੱਚਾ ਨਹੀਂ ਵੱਜਦਾ ਕੋਈ ਵੀ। ਸਵਈਆ ਕਾਲ ਹੀ ਪਾਏ ਭਇਓ ਭਗਵਾਨ। ਸੋ ਜਾਗਤ ਜਾ ਜਗ ਜਾ ਕੀ ਕਲਾ ਹੈ। ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਆ ਜਗ ਜਾ ਕੀ ਕਲਾ ਹੈ। ਜਿਹੜਾ ਸੰਸਾਰ, ਜਿਹੜੇ ਭਗਵਾਨ ਦੀ ਕਲਾ ਦੇ ਨਾਲ ਆ ਸਾਰਾ ਸੰਸਾਰ ਹਰਾ ਭਰਾ ਹੈ, ਜਾਗਤ ਹੈ। ਉਹ ਜਾਗਤ ਜੋਤ ਹੈ ਜਿਹੜੀ, ਉਹ ਵੀ ਕਾਲ ਦੇ ਬਸ ਹੈ। ਉਹ ਵੀ ਉਹਦੀ ਆਗਿਆ ਦੇ ਨਾਲ ਚੱਲਦਾ, ਉਹਦੀ ਆਗਿਆ 'ਚ। ਕਾਲ ਹੀ ਭਇਓ ਭਗਵਾਨ। ਸੋ ਕਾਲ ਹੀ ਪਾਏ ਭਇਓ ਭਗਵਾਨ, ਆਗਿਆ ਪਾ ਕੇ ਹੀ ਕਾਲ ਜਿਹੜਾ ਭਗਵਾਨ ਹੈ, ਕਾਲ ਦੀ ਆਗਿਆ ਨਾਲ ਹੀ ਸੰਸਾਰ 'ਚ ਆਇਆ। ਕੌਣ ਹੈ? ਆਤਮਾ ਜਿਹੜੀ ਹੈਗੀ ਹੈ, ਜਿਹੜੀ ਆਤਮਾ, ਜੀਵ ਆਤਮਾ ਹੈ, ਉਹ ਜਦ ਚੱਲੀ, ਉਹਦੇ ਵੱਲ ਇਸ਼ਾਰਾ ਹੈ। ਭਾਗਵਾਨ ਉਹ ਹੈ ਜਿਹੜਾ ਕਾਲ ਦੇ ਨਾਲ ਜੁੜਿਆ ਹੋਇਆ। ਹਾਂਜੀ, ਜਿਹਨੂੰ ਜਨਮ ਮਿਲ ਗਿਆ, ਦੇਖੋ ਪਹਿਲੀ ਸਟੇਜ 'ਚ ਜਿਹਨੂੰ ਮਨੁੱਖਾ ਜਨਮ ਮਿਲ ਗਿਆ, ਭਾਗਵਾਨ। ਪਹਿਲੇ ਤਪ ਕਰਦਾ ਮੈਨੂੰ ਮਨੁੱਖਾ ਜਨਮ ਮਿਲੇ, ਮਨੁੱਖਾ ਜਨਮ ਮਿਲਿਆ ਹੀ ਭਾਗਵਾਨ ਹੈ। ਪਹਿਲਾਂ ਉਹ ਜਨਮ ਗਵਾ ਲਵੇ ਤਾਂ ਅਭਾਗਾ ਹੋ ਗਿਆ। ਭਾਗਾ ਤਾਂ ਜੇ ਜਨਮ ਗਵਾ ਲਿਆ, ਜਨਮ ਮਿਲਣਾ ਭਾਗਵਾਨ। ਜਿਹਨੂੰ ਮਨੁੱਖਾ ਜਨਮ ਮਿਲ ਗਿਆ, ਉਹ ਭਾਗਵਾਨ ਬਣਿਆ ਜਾਂਦਾ। ਕਹਿੰਦਾ ਵੀ ਇਹ ਟੀਮ 'ਚ ਸਿਲੈਕਟ ਹੋ ਗਿਆ, ਅੱਗੇ ਜਾ ਕੇ ਕੀ ਕਰਦਾ ਕੀ ਨਹੀਂ ਕਰਦਾ ਉਹ ਬਾਤ ਦੀ ਗੱਲ ਹੈ। ਟੀਮ 'ਚ ਸਿਲੈਕਟ ਹੋਣਾ ਜਿਹੜੀ ਇਹਦੀ ਦੇ ਵਿੱਚ ਇੱਕ ਉਪਲਬਧੀ ਹੈ। ਖਰਾ ਉੱਥੇ ਜਾ ਕੇ ਕਿਸਮਤ ਚਮਕ ਜੇ, ਉਹ ਅਲੱਗ ਗੱਲ ਹੈ। ਖੇਡੂਗਾ ਉੱਥੇ ਜਾ ਕੇ ਕੀ ਹੋਊਗਾ, ਪਰ ਇੱਕ ਸਿਲੈਕਸ਼ਨ ਹੋਣੀ ਇੱਕ ਉਪਲਬਧੀ ਹੈ, ਭਾਗਵਾਨ ਸ਼ਾਲੀ ਹੈ। ਇਹ ਮਨੁੱਖਾ ਜਨਮ ਦੇ ਵਿੱਚ ਇਹਦਾ ਗੁਣਾ ਪੈ ਜਾਣਾ ਭਾਗਸ਼ਾਲੀ। ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾ ਜਗ ਜਾ ਕੀ ਕਲਾ ਹੈ। ਆ ਜਗ ਸਾਰਾ ਉਹਦੀ ਕਲਾ ਨਾਲ ਹੀ ਜਾਗਦਾ ਨਾ। ਇਹ ਆਤਮਾ ਦੀ ਗੱਲ ਹੈ। ਆਤਮਾ ਉਹਦੇ ਹੁਕਮ 'ਚ ਹੈ। ਕਾਲ ਪਾ ਕੇ ਆਇਆ, ਉਹ ਹੁਕਮ ਨਾਲ ਆਇਆ ਇੱਥੇ। ਹਾਂਜੀ, ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ। ਕਾਲ ਹੀ ਪਾਏ ਭਇਓ ਜੁਗੀਆ ਹੈ। ਚਾਹੇ ਕੋਈ ਬ੍ਰਹਮਾ ਕੋਈ ਸ਼ਿਵ ਹੈ, ਸਾਰੇ ਉਹਦੇ ਹੁਕਮ ਨਾਲੇ ਆਏ ਨੇ ਇੱਥੇ ਸੰਸਾਰ ਜਨਮ ਲਿਆ। ਕਾਲ ਹੀ ਪਾਏ ਭਇਓ ਜੁਗੀਆ, ਜਿਹੜੇ ਜੋਗੀ ਨੇ ਸਾਰੇ ਉਹਦੇ ਹੁਕਮ ਨਾਲੇ ਆਏ ਨੇ, ਜਨਮ ਲਿਆ ਸਭ ਨੇ। ਸਭ ਨੂੰ ਜਨਮ ਉਹ ਨਹੀਂ ਦਿੱਤਾ, ਉਹਦੇ ਹੁਕਮ ਨਾਲੇ ਆਏ ਨੇ, ਕੋਈ ਉਹਦੇ ਹੁਕਮ ਤੇ ਬਾਹਰ ਨਹੀਂ ਹੈ। ਕਾਲ ਹੀ ਪਾਏ ਸੁਰਾ ਸੁਰ ਗੰਧਰਵ ਜੱਚ ਗੰਧਰਵ, ਸੁਰਾ ਅਸੁਰ ਗੰਧਰਵ, ਜੱਚ ਭੁਜੰਗ ਦਿਸ਼ਾ ਬਿਦਸਾ ਹੈ। ਜੱਚ ਭੁਜੰਗ ਦਿਸ਼ਾ ਬਿਦਸਾ ਹੈ। ਚਾਹੇ ਜੱਚ ਨੇ, ਭੁਜੰਗ ਨੇ, ਸੁਰ ਨੇ, ਅਸੁਰ ਨੇ, ਦੇਵਤੇ ਨੇ, ਰਾਖਸ਼ ਨੇ,
ਗੰਧਰਵ ਨੇ ਸਾਰੇ ਉਹਦੇ ਹੁਕਮ ਨਾਲ ਜਨਮ ਲੈਂਦੇ ਨੇ, ਸਾਰਿਆਂ ਨੂੰ ਦੇ ਮਿਲੀ ਉਹਦੇ ਹੁਕਮ ਨਾਲ। ਕਾਲ ਪਾਕ ਦਾ ਹੁਕਮ ਪਾ ਕੇ ਹੀ ਇੱਥੇ ਆਏ ਨੇ ਜਨਮ ਲਿਆ। ਔਰ ਸੁਕਾਲ ਸਭੈ ਬਸ ਕਾਲ ਕੇ, ਔਰ ਸੋ ਕਾਲ ਸਭੇ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਹੋਰ ਜਿਹੜੇ ਕਾਲ ਨੇ ਨਾ ਆਪਣੇ ਆਪ ਨੂੰ ਕਹੋਦੇ ਨੇ। ਦੇਖੋ ਸ਼ੇਰ ਹੈ, ਜਾਨਵਰਾਂ ਦਾ ਕਾਲ ਹੈ, ਆਦਮੀ ਵੀ ਖਬਰ ਨਹੀਂ ਕਿੰਨੇ ਕਿੰਨੇ ਦਾ ਕਾਲ ਬਣਦਾ, ਜੀਵ ਜੀਵਾਂ ਦਾ ਕਾਲ ਨੇ ਨਾ। ਔਰ ਜੋ ਕਾਲ ਸਾਰੇ ਕਾਲ ਨੇ, ਸਭਾ ਬਸ ਕਾਲ ਕੇ, ਉਹ ਕਾਲ ਦੇ ਸਾਰੇ ਬਸ ਨੇ। ਇੱਕ ਹੀ ਕਾਲ ਅਕਾਲ ਸਦਾ ਹੈ। ਜਿਹੜਾ ਅਕਾਲ ਹੈ ਉਹ ਸਭ ਦਾ ਕਾਲ ਸਦਾ ਵਾਸਤੇ ਹੀ ਹੈ। ਆਪ ਅਕਾਲ ਹੈ, ਏਕ ਹੈ ਉਹ, ਏਕ ਏਕ ਹੈ, ਏਕ ਜਿਹੜਾ ਏਕ ਹੈ ਨਾ, ਜਿਹੜਾ ਏਕਾ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਆਇਆ ਹੈ, ਏਕ ਅਕਾਲ ਸਦਾ ਹੈ, ਉਹੀ ਅਕਾਲ ਹੈ। ਉਹਦਾ ਕਾਲ ਨਹੀਂ ਆਇਆ ਜਿੰਨਾ ਚਿਰ ਇੱਕ ਇਹਦਾ ਕਾਲ ਨਹੀਂ ਹੈ। ਕਾਲ ਹੁੰਦਾ ਦਾਲ ਦਾ, ਦਾਲ ਹੋਇਆ ਦਾ ਕਾਲ ਹੈ। ਇੱਕ ਚ ਵਿਘਨ ਪੈ ਗਿਆ, ਜਦ ਇੱਕ ਦੀ ਮੱਥ ਜੀ ਜਦ ਵਿਘਨ ਪੈ ਗਿਆ, ਇੱਕ ਦੇ ਜਦ ਗਿਆਨ ਚ ਵਿਘਨ ਪੈ ਗਿਆ, ਫੇਰ ਇਹ ਕਾਲ ਵਸ ਆਉਂਦਾ। ਨਹੀਂ ਅਕਾਲ ਹੈ, ਇਹੀ ਅਕਾਲ ਹੈ, ਇਹੀ ਕਾਲ ਹੈ। ਕਾਲ ਕਾਹਦਾ ਜਾਂ ਚ ਵਿਘਨ ਪੈ ਗਿਆ, ਫਿਰ ਕਾਲ ਵਸ ਹੋ ਜਾਂਦਾ ਹੈ। ਕਾਲ ਤੋਂ ਬਾਗੀ ਹੁੰਦਾ ਨਾ, ਫਿਰ ਕਾਲ ਵਸ ਹੋ ਕੇ ਹੋਣਾ ਪੈਂਦਾ ਇਹਨੂੰ। ਭੁਜੰਗ ਪ੍ਰਿਆਤ ਛੰਦ, ਨਮੋ ਦੇਵ ਦੇਵੰ ਦੇਵੰ ਨਮੋ ਖੜਗ ਧਾਰੰ, ਨਮੋ ਦੇਵ ਦੇਵੰ ਨਮੋ ਖੜਗ ਧਾਰੰ। ਇਹ ਦੇਵਤਿਆਂ ਦੇ ਦੇਵਤੇ ਤੈਨੂੰ ਨਮਸਕਾਰ ਹੈ। ਨਮੋ ਇਹ ਖੜਗ ਧਾਰੀ, ਖੜਗ ਧਾਰੀ ਕੌਣ? ਜਿਹਦੇ ਕੋਲ ਵਿਵੇਕ ਬੁੱਧੀ ਹੈ, ਉਹ ਖੜਗ ਧਾਰੀ। ਦੇਵ ਦੇਵੰ ਨਮੋ ਖੜਗ ਧਾਰੰ, ਨਮੋ ਖੜਗ ਧਾਰੰ। ਜਾਂ ਕੋਈ ਖੜਗ ਧਾਰੀ ਹੈ ਸੰਸਾਰ ਚ, ਜੋ ਦਿਸੇ ਗੁਰ ਸਿੱਖਣਾ ਤੇ ਨੂੰ ਲਾਗੂ ਪਾਏ ਜੀ, ਤੈਨੂੰ ਨਮਸਕਾਰ ਹੈ। ਹਾਂਜੀ, ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਹਾਂ, ਜਿਹੜਾ ਖੜਗ ਧਾਰੀ ਹੈ ਸਦਾ ਇੱਕ ਰੂਪ ਰਹਿੰਦਾ, ਉਹ ਚਾਹੇ ਜਨਮ ਵੀ ਲਿਆ ਹੈ। ਉਹਦਾ ਅੰਦਰਲਾ ਰੂਪ ਨਹੀਂ, ਬਾਹਰਲਾ ਰੂਪ ਦਾ। ਬਾਹਰਲੇ ਰੂਪ ਦਾ ਮਤਲਬ ਨਹੀਂ ਸੰਸਾਰ ਦੇ ਵਿੱਚ ਜਿਹੜਾ ਸਰੀਰ ਹੈ, ਇਹਦਾ ਰੂਪ ਇੱਕ ਰਹਿੰਦਾ ਹੀ ਨਹੀਂ, ਇਹਦਾ ਰੋਜ਼ ਮਰਦਾ ਪਲ ਪਲ, ਰੂਪ ਪਲ ਪਲ ਬਿਨਸਦਾ ਬਾਹਰਲਾ। ਆਤਮਾ ਦਾ ਰੂਪ ਜਿਹੜਾ ਟਿਕਿਆ ਰਹਿੰਦਾ, ਜਦ ਆਤਮਾ ਇੱਕ ਹੋ ਕੇ ਟਿਕ ਜਾਂਦੀ ਹੈ, ਫਿਰ ਇੱਕ ਰੂਪ ਰਹਿੰਦਾ। ਦਾਲ ਨਹੀਂ ਹੁੰਦੀ ਉਹਦੀ, ਦੁਬਦਾ ਨਹੀਂ ਪੈਦਾ ਹੁੰਦੀ ਅੰਦਰ। ਜਦ ਦੁਬਦਾ ਨਹੀਂ ਪੈਦਾ ਹੁੰਦੀ ਕਦੇ ਵੀ, ਫਿਰ ਇੱਕ ਰੂਪ ਹੈ। ਸਦਾ ਇੱਕ ਰੂਪਮ ਸਦਾ ਨਿਰ ਵਿਕਾਰੰ। ਬਕਾਰ ਹੈ ਦੂਆ ਰੂਪ ਤੋਂ, ਬਕਾਰੇ ਤੋੜਦੇ ਨੇ ਇਹਨੂੰ। ਬਕਾਰਾਂ ਬਸ ਹੋ ਕੇ ਹੀ ਇਹਦੀ ਦਾਲ ਹੁੰਦੀ। ਜੇ ਨਿਰਵਕਾਰ ਰਹੇ, ਇੱਕ ਰੂਪ ਰਹਿੰਦਾ। ਬਕਾਰ ਹੈ ਦੁਸ਼ਮਣ ਨੇ ਇਹਦੇ, ਬਸ ਨਿਰਵਕਾਰ ਤਾਂ ਰਹਿੰਦਾ। ਜੇ ਨਿਰਵਕਾਰ ਹੈ ਤਾਂ ਇੱਕ ਰੂਪ ਰਹਿੰਦਾ। ਇਸ ਕਰਕੇ ਬਕਾਰਾਂ ਤੋਂ ਹੀ ਖਤਰਾ ਹੈ ਇਹਨੂੰ। ਖੜਗ ਕਾਹਦੇ ਮਿਲੀ ਹੈ, ਕਾਹਦੇ ਵਾਸਤੇ ਮਿਲੀ ਹੈ? ਗਿਆਨ ਖੜਗ ਬਕਾਰਾਂ ਵਾਸਤੇ ਮਿਲੀ ਹੋਈ ਹੈ। ਨੇੜੇ ਆਉਣ। ਨਮੋ ਰਾਜਸੰ ਸਤਗੁਣ ਤਮ ਸਿੰਘ, ਨਮੋ ਰਾਜਸੰਗ, ਚਾਹੇ ਰਾਜਸੰਗ ਹੈ ਤਮ ਸੰਗ ਹੈ, ਚਾਹੇ ਸਤਿਕੰਗ। ਕੋਈ ਪਤਾ ਨਹੀਂ ਹੈ ਉਸ ਵੇਲੇ ਕੀ ਕਰ ਰਿਹਾ ਹੈ। ਤੁਸੀਂ ਉਹਦੇ ਕਰ ਰਿਹਾ, ਉਹਦੇ ਮਗਰ ਨੂੰ ਦੇਖੋ। ਜੰਗ ਕਰ ਰਿਹਾ ਗੁਰੂ, ਉਹ ਇਹਨਾਂ ਦੇਖੋ ਵੀ ਤੀਰ ਮਾਰ ਰਿਹਾ ਤਾਂ ਇਹ ਅਪਰਾਧ ਕਰ ਰਿਹਾ, ਤਾਂ ਬੰਦਾ ਮਾਰਦਾ ਇਹਨੂੰ। ਤਾਂ ਇਹਨਾਂ ਦੇਖੋ, ਉਹਨੂੰ ਰਾਜਸੰਗ ਕੰਮ ਵੀ ਕਰਨਾ ਪਊ, ਸਤਿਕੰਗ ਕੰਮ ਵੀ ਕਰਨਾ ਪਊ, ਤਾਮ ਸਿੰਘ ਤਾਮ ਸਿੰਘ, ਤਿੰਨੇ ਕੰਮ ਕਰਨੇ ਪੈਣੇ ਨੇ। ਪਰ ਉਹ ਅੰਦਰਲੀ ਅਵਸਥਾ ਉਹਦੀ ਉਹੀ ਹੈ, ਪਰਮੇਸ਼ਰ ਨਹੀਂ ਕਰਦਾ। ਉਹ ਵੀ ਤਾਂ ਤਿੰਨੇ ਕਰਦਾ, ਮਾਰਦਾ ਵੀ ਹੈ, ਪੈਦਾ ਵੀ ਕਰਦਾ, ਪੜ੍ਹਨਾ ਵੀ ਕਰਦਾ। ਉਹ ਆਪ ਵੀ ਤਾਂ ਕਰਦਾ, ਆਦਮੀ ਕਿਉਂ ਨਹੀਂ ਕਰ ਸਕਦਾ? ਇਹ ਗੱਲ ਨਹੀਂ ਸਮਝ ਆ ਰਹੀ ਆਪ ਪੜ੍ਹਨ ਤੇ। ਇਹ ਗੱਲ ਲੋਕਾਂ ਦੇ ਆ ਜਿਹੜੇ ਦੂਏ ਨੇ ਨਾ, ਬਾਹਮਣ ਦੇ ਚੇਲੇ, ਆਮ ਸਧਾਰਨ ਸਿੱਖ, ਉਹਨਾਂ ਦੇ ਸਮਝ ਤੇ ਬਾਹਰ ਹੈ ਗੱਲ। ਤਾਂ ਹੀ ਤਾਂ ਕਹਿੰਦੇ ਜੀ ਮਾਂਸ ਨਹੀਂ ਖਾਣਾ ਚਾਹੀਦਾ। ਪਤਾ ਹੀ ਨਹੀਂ ਉਹਨਾਂ ਨੂੰ, ਇਹ ਅਵਸਥਾ ਹੀ ਨਹੀਂ ਹੈ। ਨਮੋ ਦਾੜ ਦਾੜ ਸੁਸੋਭਾ ਅਪਾਰੰਗ, ਜਿਹਨੇ ਚਰਬੀਅੰਗ ਜੀਵ ਜੱਗਿਅੰਗ ਹਜ਼ਾਰਾਂ। ਹਜ਼ਾਰਾਂ ਜੀਵ ਜਿਹੜੀ ਚੱਬ ਰਹੀ ਹੈ ਲਗਾਤਾਰ ਦਾੜ, ਉਹ ਪਾਪੀ ਹੈ। ਫਿਰ ਤਾਂ ਉਹ ਤਾਂ ਪਰਮੇਸ਼ਰ ਪਾਪੀ ਹੋ ਗਿਆ। ਇਹ ਲੋਕ ਕੀ ਜਾਣਨ ਵੀ ਧਰਮ ਕੀ ਹੁੰਦਾ। ਇਹ ਤਾਂ ਜਿਹੇ ਜੇ ਆਪਣੇ ਮਤਲਬ ਦਾ ਜਿਹੇ ਜੇ ਸੋਚਦੇ ਨੇ, ਇਹਨਾਂ ਦੀ ਸੋਚ ਮੁਤਾਬਕ ਧਰਮ ਚਾਹੀਦਾ।
ਇਹਨਾਂ ਨੂੰ ਪਸੰਦ ਕਿਹੜਾ ਧਰਮ ਹੈ? ਸਵਾਲ ਇਹ ਹੈ। ਪਰਮੇਸ਼ਰ ਨੂੰ ਪਸੰਦ ਕੀ ਹੈ? ਇਹਨਾਂ ਨੂੰ ਨਹੀਂ ਲੋੜ। ਆਪਣੇ ਆਪਣੇ ਪਸੰਦ ਦਾ ਧਰਮ ਭਾਲਦੇ ਨੇ ਤਾਂ ਸਾਰੇ, ਵੀ ਮੈਨੂੰ ਨਹੀਂ ਜੀ ਚੰਗਾ ਲੱਗਦਾ ਹੈ। ਤੇਰੇ ਖਾਤਰ ਬਣਾਉਣਾ ਧਰਮ ਕਿਸੇ ਨੇ? ਸਾਡੇ ਖਾਤਰ ਕੋਈ ਮਤਲਬ ਨਹੀਂ ਹੈ। ਸਾਨੂੰ ਕਿਸੇ ਨੂੰ ਨਹੀਂ ਪੁੱਛਣਾ। ਜਿਨ੍ਹਾਂ ਚਰਬੀਆਂ ਜੀਵ ਜੱਗਿਆੰਗ ਹਜ਼ਾਰੰਗ, ਤੇ ਸਭ ਤੋਂ ਬੜਾ ਤਾਂ ਫਿਰ ਅਪਰਾਧੀ ਉਹ ਆਪ ਹੈ ਜਿਹੜਾ ਸਾਰਿਆਂ ਨੂੰ ਮਾਰਦਾ, ਸਾਰਿਆਂ ਨੂੰ ਪੈਦਾ ਕਰਦਾ। ਇਹ ਜਿਹੜੇ ਪੁੰਨ ਪਾਪ ਦੇ ਵਿੱਚ ਫਸੇ ਆਦਮੀ ਨੇ, ਉਹਨਾਂ ਦੀ ਸਮਝ ਤੇ ਪਰੇ ਹੈ ਧਰਮ ਸਾਰਾ। ਕਮ ਤੋਂ ਕਮ ਸਿੱਖ ਮਤ ਨਹੀਂ ਉਹਨਾਂ ਪੁੰਨ ਪਾਪ ਵਾਲਿਆਂ ਦੇ। ਪੁੰਨ ਪਾਪ ਨੂੰ ਤਾਂ ਮੰਨਦੀ ਨਹੀਂ ਮਤ। ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ ਸਿੱਖੀ ਨੂੰ ਕਦੇ ਵੀ ਨਹੀਂ ਸਮਝ ਸਕਣਗੇ। ਉਹ ਜੋ ਬਹੁਤ ਥੱਲੇ ਦੀ ਸਟੇਜ ਖੜੇ ਨੇ, ਬਹੁਤ ਥੱਲੇ ਖੜੇ ਨੇ, ਉਹਨਾਂ ਦਾ ਮਜ਼ਬੂਤ ਨਹੀਂ ਹੈ ਮਨ। ਇਸ ਕਰਕੇ ਰਾਜ ਸੰਗ ਹੈ, ਚਾਹੇ ਤਾਮ ਸੰਗ ਹੈ, ਚਾਹੇ ਸਾਧ ਕੇ ਖੜਾ। ਨਮੋ ਨਮੋ ਰਾਜ ਸੰਗ ਤਾਮ ਸੰਗ ਸਾਥ ਹੈ। ਤੈਨੂੰ ਨਮਸਕਾਰ ਕਿ ਤੂੰ ਇੱਕ ਹੋਇਆ ਖੜਾ, ਅਡੋਲ ਹੈ। ਮਰਨਾ ਹੀ ਨਹੀਂ ਕਿਸੇ ਨੇ ਸਾਤੇ ਬਿਨਾਂ ਹੁਕਮ ਤੇ, ਜਿਹਨੇ ਮਰਜੀ ਪ੍ਰਹਾਰ ਕਰੀ ਜਾਈਏ। ਜਿਹਨੇ ਮਰਨਾ ਦੇ ਬਰੋਬਰ ਜਾ ਲੱਗਣ। ਪਿੱਛੇ ਤਾਂ ਉਹ ਆਪ ਖੜਾ ਮਾਰਨ ਵਾਲਾ। ਤੂੰ ਦਾ ਵਾਹਨ। ਕ੍ਰਿਸ਼ਨ ਵੀ ਅਰਜਨ ਨੂੰ ਇਹੀ ਕਹਿ ਰਿਹਾ, ਤੂੰ ਦਾ ਵਾਹਨ ਹੈ। ਅਰਜਨ ਨੂੰ ਕੀ ਕਹਿ ਰਿਹਾ ਕ੍ਰਿਸ਼ਨ? ਤੂੰ ਮਤ ਸੋਚ ਵੀ ਤੂੰ ਇਹਨਾਂ ਦੀ ਮੌਤ ਹੈ, ਤੇਰੇ ਤੀਰਾਂ ਚੋਂ ਇਹਨਾਂ ਦੀ ਮੌਤ ਹੈ। ਉਹ ਪਾਗਲਾ, ਤੇ ਤੂੰ ਤਾਂ ਕੋਈ ਚੀਜ਼ ਹੈ ਨਹੀਂ। ਉਹ ਮਾਰਨ ਵਾਲਾ ਦਾ ਪਿੱਛੇ ਖੜਾ, ਤੂੰ ਤਾਂ ਵਾਹਨ ਹੈ ਪੂਰੇ। ਇਹੀ ਕਹਿ ਰਿਹਾ ਅਰਜਨ ਨੂੰ। ਇਹੀ ਗੱਲ ਗੁਰਬਾਣੀ ਕਹਿ ਰਹੀ ਹੈ। ਕੁਝ ਗੱਲਾਂ ਨੇ ਜਿਹੜੀਆਂ ਬਿਲਕੁਲ 100% ਗੁਰਬਾਣੀ ਨਾਲ ਮਿਲਦੀਆਂ ਨੇ ਉਹਨਾਂ ਦੀਆਂ, ਪਰ ਉਹ ਲਿਓ ਫਿਰ ਛੱਡ ਜਾਂਦੇ ਨੇ, ਫਿਰ ਪੁੰਨ ਪਾਪ ਤੇ ਆ ਜਾਂਦੇ ਨੇ। ਗੁਰਬਾਣੀ ਉਸ ਗੱਲ ਤੇ ਦ੍ਰਿੜ ਹੈ, ਪੁੰਨ ਪਾਪ ਨਹੀਂ ਹੈ, ਨਹੀਂ ਹੈ, ਨਹੀਂ ਹੈ। ਪਾਪ ਪੁੰਨ ਹਮਰੇ ਪਾਸ ਨਹੀਂ। ਉਹ ਦ੍ਰਿੜ ਹੁੰਦੇ ਨਹੀਂ, ਖੜਦੇ ਨਹੀਂ। ਕਿਤੇ ਦ੍ਰਿੜ ਇਹੋ ਜਾਂਦੇ ਨੇ, ਫਿਰ ਪੜ ਜਾਂਦੇ ਨੇ। ਉਹ ਚਫੇਰ ਗੜੀਏ ਨੇ। ਚਫੇਰ ਗੜੀਏ ਪਤਾ ਕੀ ਹੁੰਦਾ? ਕਦੇ ਇੱਧਰ ਹੋ ਗਿਆ, ਕਦੇ ਇੱਧਰ ਹੋ ਗਿਆ। ਉਹਨਾਂ ਦਾ ਮਨ ਅਡੋਲ ਨਹੀਂ ਹੈ, ਅਡੋਲ ਹੋ ਕੇ ਨਹੀਂ ਖੜਿਆ ਜੇ। ਇੱਕ ਥਾਂ ਨਹੀਂ ਖੜੇ ਪੈਰ ਗੱਡ ਕੇ, ਇੱਕ ਥਾਂ ਖੜਾ ਪੈਰ ਗੱਡ ਕੇ। ਇਹਨੂੰ ਪਤਾ ਸਾਡੀ ਸਮਝ ਹੈ। ਇਸ ਕਰਕੇ ਰਜੋ ਤਮੋ ਸਤੋ ਤਿੰਨੇ ਗੁਣ ਨੇ ਇੱਕ ਦੇ ਵਿੱਚ। ਇੱਕ ਚ ਤਿੰਨੇ ਗੁਣ ਨੇ। ਉਹੀ ਮਾਰਦਾ, ਉਹੀ ਪੈਦਾ ਕਰਦਾ, ਉਹੀ ਪਾਲਣ ਕਰਦਾ। ਇਹ ਤਾਂ ਇਹਦੇ ਗੁਣ ਨੇ। ਸੰਸਾਰ ਤਾਂ ਹੀ ਪੈਦਾ ਹੋ ਰਿਹਾ ਹੈ, ਤਾਂ ਹੀ ਚੱਲੂਗਾ। ਜੇ ਮਾਰੇ ਨਾ ਇੱਥੇ ਖੜ੍ਹ ਨੂੰ ਤਾਂ ਨਹੀਂ ਰਹਿਣਾ। ਸਮਾਂ ਵੱਧੇ ਆਉਂਦੇ ਨੇ। ਹਾਂਜੀ। ਨਮੋ ਨਿਰਵਿਕਾਰੰ ਨਮੋ ਨਿਰਜੁਰੇੰ। ਨਮੋ ਨਿਰਵਿਕਾਰੰ। ਇਹ ਨਿਰਵਿਕਾਰੰ ਤੈਨੂੰ ਨਮਸਕਾਰ ਹੈ। ਰਸਾਵਲ ਨਿਰਜੁਰੇੰ ਤੈਨੂੰ ਨਮਸਕਾਰ ਹੈ। ਤੂੰ ਜੁੜਦਾ ਹੀ ਨਹੀਂ ਕਿਸੇ ਨਾਲ। ਕੋਈ ਤੇਰਾ, ਸਾਰੇ ਹੀ ਆਪਣੇ ਨੇ। ਜੇ ਇੱਕ ਨਾਲ ਜੁੜੀਏ ਤਾਂ ਉਹ ਜ਼ਿਆਦਾ ਪਿਆਰਾ ਹੋ ਜਾਂਦਾ, ਦੂਏ ਨਹੀਂ ਰਹਿੰਦੇ। ਰਸਾਵਲ ਛੰਦ। ਜੇ ਜੁੜ ਜੀਏ ਨਾ ਇੱਕ ਨਾਲ, ਫਿਰ ਉਹਦੇ ਨਾਲ ਜ਼ਿਆਦਾ ਸੰਬੰਧ ਹੋ ਗਏ, ਦੂਏ ਨਾਲ ਤਾਂ ਰਹੇ ਨਾ। ਸਾਰਿਆਂ ਨੇ ਇੱਕੋ ਜਿਹੀ ਹੈ। ਹਾਂਜੀ। ਰਸਾਵਲ ਛੰਦ। ਨਮੋ ਬਾਣ ਪਾਣੰ ਨਮੋ ਨਿਰਭਿਆਣੰ। ਨਮੋ ਬਾਣ ਪਾਣੰ ਨਮੋ ਨਿਰਭਿਆਣੰ। ਇਹ ਬਾਣ ਨੂੰ ਪਾਣ ਦੇਣ ਵਾਲੇ। ਇਹ ਸ਼ਬਦ ਦੇ ਵਿੱਚ। ਨਮੋ ਬਾਣ ਪਾਣੰ। ਇਹ ਸ਼ਬਦ ਦੇ ਵਿੱਚ ਬਸਣ ਵਾਲੇ। ਸ਼ਬਦ ਹੈ ਜਿਹੜਾ ਜੇ ਸੱਚ ਹੈ ਉਹੀ ਪਾਣ ਲੈਂਦੀ। ਜੇ ਉਪਦੇਸ਼ ਵਿੱਚ ਸੱਚ ਹੈ, ਉਪਦੇਸ਼ ਦੀ ਪਾਣ ਹੈ। ਉਪਦੇਸ਼ ਬਾਣ ਵਾਂਗੂ ਲੱਗਦਾ ਜਾ ਕੇ। ਕਬੀਰ ਸਤਿਗੁਰ ਸੂਰਮੇ ਬਾਣ ਜੋ ਬਾਣੀ ਹੀ ਬਾਣ ਹੈ। ਬਾਣੀ ਦਾ ਪਾਣ ਕੀ ਹੈ? ਬਾਣੀ ਦੀ ਪਾਣ ਸੱਚ ਹੈ। ਬਾਣੀ ਨੂੰ ਪਾਣ ਜਿਹੜੀ ਹੈ ਸੱਚ ਦੀ ਚੜ੍ਹਦੀ ਹੈ। ਬੁੱਧੀ ਨੂੰ ਬਾਣ ਕਾਹਦੀ ਚੜ੍ਹਦੀ ਹੈ? ਸੱਚ ਦੀ ਚੜ੍ਹਦੀ ਹੈ, ਨਾਮ ਦੀ ਚੜ੍ਹਦੀ ਹੈ। ਨਮੋ ਬਾਣ ਨਮੋ ਨਿਰਭਿਆਣੰ। ਨਮੋ ਨਿਰਭਿਆਣੰ। ਨਿਰਭਿਆਣੰ ਪੈਰ ਹੈ ਤੈਨੂੰ, ਕੋਈ ਪੈਰ ਨਹੀਂ ਹੈ। ਪੈਰ ਹੈ ਤਾਂ ਉਹ ਕੀ ਗੱਲ ਕਰਦਾ? ਨਮੋ ਦੇਵ ਦੇਵੰ ਭਵਾਨੰ ਭਵੇਯੰ। ਨਮੋ ਦੇਵ ਦੇਵੰ। ਇਹ ਦੇਵ ਦੇਵ ਤੈਨੂੰ ਨਮਸਕਾਰ ਹੈ। ਭਵਾਨੰ ਭਵੇਯੰ। ਆ ਜਿਹੜੀ ਭਵਸਾਗਰ ਹੈ, ਇਹ ਸਾਰਾ ਤੇਰੇ ਵਜ੍ਹਾ ਨਾਲ ਚੱਲਦਾ ਚੱਕਰ। ਇਹਨੂੰ ਘੁਮਾ ਰਿਹਾ ਸਾਰੇ ਚੱਕਰ ਨੂੰ, ਤੂੰ ਗੇੜਾ ਦੇ ਰਿਹਾ।
ਤੇਰੀ ਇੱਛਾ ਨਾਲ ਗੇੜਾ ਆਉਂਦਾ ਹੈ, ਤੇਰੀ ਸ਼ਕਤੀ ਨਾਲ ਗੇੜਾ ਆਉਂਦਾ ਹੈ। ਭੁਜੰਗ ਪ੍ਰਯਾਤ ਛੰਦ ਨਮੋ ਖਗ ਖੰਡੰ ਕਿਰਪਾਣੰ ਕਟਾਰੰ। ਨਮੋ ਖੱਗ ਖੰਡੰ, ਇਹ ਖੱਗ ਰੂਪ ਖੰਡੰ, ਖੱਗ ਬੁੱਧੀ ਰੂਪ ਹੈ ਤੂੰ। ਖੰਡੰ ਕਿਰਪਾਣੰ ਕਟਾਰੰ। ਖੰਡਨ ਕੂੜ ਨੂੰ ਖੰਡਨ ਕਰਨ ਵਾਲਾ ਹੈ, ਆਪਣੇ ਵਿਰੋਧੀਆਂ ਨੂੰ ਖੰਡਨ ਕਰਨ ਵਾਲਾ ਹੈ, ਨਸ਼ਟ ਕਰਨ ਵਾਲਾ ਹੈ। ਕਿਰਪਾਣੰ ਕਟਾਰੰ। ਕਿਰਪਾਨ ਰੂਪ ਹੈ, ਕਟਾਰ ਰੂਪ ਹੈ। ਕਿਰਪਾਨ ਕਿਰਪਾ ਕਰਨ ਵਾਲਾ ਹੈ ਤਾਂ ਕਿਰਪਾਨ ਰੂਪ ਹੈ। ਕੱਟਣ ਵਾਲਾ ਤਾਂ ਕਟਾਰ ਰੂਪ ਹੈ। ਸਖਤ ਤੋਂ ਸਖਤ ਚੀਜ਼ ਨੂੰ ਵੀ ਕੱਟ ਦੇਣ ਦਾ ਕਟਾਰ ਹੈ। ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਜਿਹੜੀ ਨਾ ਕੱਟੀ ਜਾਣ ਵਾਲੀ ਚੀਜ਼ ਹੋਵੇ ਉਹਨੂੰ ਕੱਟ ਦਿੰਦਾ। ਮਨ ਨਹੀਂ ਕੱਟਿਆ ਜਾਂਦਾ, ਮਨ ਤੋਂ ਮੈਲ ਨਹੀਂ ਕੱਟੀ ਜਾਂਦੀ, ਉਹਨੂੰ ਵੀ ਕੱਟ ਦਿੰਦਾ। ਮਨ ਨੂੰ ਵੀ ਕੱਟ ਦਿੰਦਾ, ਸੁਰਤ ਮਤ ਮਨ ਬੁੱਧ ਸਾਰਿਆਂ ਨੂੰ ਕੱਟ ਦਿੰਦਾ। ਕੱਟਦਾ ਕੱਟਣਾ ਹੀ ਹੁੰਦਾ, ਕੱਟਣ ਦਾ ਮਤਲਬ ਕੱਟਣਾ ਹੀ ਹੁੰਦਾ। ਕਪੈਸਿਟੀ ਰੱਖਦਾ ਇਹਨੂੰ ਕੱਟਣ ਦੀ, ਮੈਲ ਨੂੰ। ਜੋ ਟੂਲ ਹੁੰਦਾ ਨਾ, ਟੂਲ ਦਾ ਸਪੈਸ਼ਲ ਲੋਹਾ ਹੁੰਦਾ, ਟੂਲ ਦਾ ਲੋਹਾ ਸਪੈਸ਼ਲ ਹੁੰਦਾ। ਜਿਹੜੇ ਲੋਹੇ ਨੂੰ ਕੱਟਣਾ ਉਹ ਉਦੋਂ ਨਰਮ ਹੁੰਦਾ। ਝੂਠ ਤਾਂ ਨਰਮ ਹੈ, ਫਿਰ ਸੱਚ ਉਦੋਂ ਸਖਤ ਹੈ, ਕੱਟ ਦਿੰਦਾ। ਕੱਟਣ ਵਾਲੀ ਚੀਜ਼ ਹਮੇਸ਼ਾ ਸੁਪੀਰੀਅਰ ਹੁੰਦੀ ਹੈ। ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਸਦਾ ਇੱਕ ਰੂਪਮ ਸਦਾ ਨਿਰਵਿਕਾਰੰ। ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਸਦਾ ਇੱਕ ਰੂਪਮ ਸਦਾ ਨਿਰਵਿਕਾਰੰ। ਤੂੰ ਸਦਾ ਇੱਕੋ ਰੂਪ ਹੈ ਔਰ ਸਦਾ ਵਿਕਾਰਾਂ ਤੋਂ ਰਹਿਤ ਰਹਿੰਦਾ। ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ। ਨਮੋ ਬਾਣ ਪਾਣੰ, ਬਾਣ ਦੀ ਪਾਣ ਹੈ ਤੂੰ। ਨਮੋ ਦੰਡ ਧਾਰਿਯੰ, ਡੰਡਾ ਹਰ ਵਕਤ ਹੱਥ 'ਚ ਰੱਖਦਾ ਹੈ। ਡੰਡਾ ਕੀ ਹੈ? ਹੁਕਮ ਹੈ ਤੇਰਾ ਡੰਡਾ, ਹੋਰ ਕੀ ਹੈ? ਹੁਕਮ ਹੈ ਤੇਰੀ ਬਾਂਹ ਹੈ, ਹੀ ਤੇਰਾ ਡੰਡਾ। ਦੰਡ ਧਾਰਿਯੰ, ਡੰਡਾ ਹੱਥ 'ਚ ਹੈ। ਜਿਨੇ 14 ਲੋਕ ਜੋਤੰ ਬਿਥਾਰਿਯੰ। ਡੰਡਾ ਕਿਹਦੇ ਮਾਰਦਾ? ਡੰਡਾ ਮਾਰਦਾ ਹੰਕਾਰ ਦੇ ਸਿਰ 'ਚ। ਹੰਕਾਰੀ ਦੇ ਨਹੀਂ ਮਾਰਦਾ, ਹੰਕਾਰ ਦੇ ਮਾਰਦਾ। ਗਰਭ ਪ੍ਰਹਾਰੀ ਹੈ, ਜਿਹੜਾ ਗਰਭ ਵਾਲਾ ਉਹਦਾ ਪ੍ਰਹਾਰੀ ਨਹੀਂ। ਔਗਣ ਦੇ ਡੰਡਾ ਪੈਣਾ, ਨਾ ਕਿ ਔਗਣ ਬੰਤੇ ਦੇ ਪੈਣਾ। ਚੋਟ ਔਗਣਾ ਤੇ ਕਰ ਰਹੀ ਹੈ ਬਾਣੀ, ਪਰ ਔਗਣ ਬੰਤਾ ਕਹਿੰਦਾ ਮੇਰੇ ਤੇ ਕਰ ਰਹੀ ਹੈ। ਬਤਾ ਫਰਕ ਹੈ। ਲੋਭ ਤੇ ਚੋਟ ਕਰ ਰਹੀ ਹੈ, ਲੋਭ ਵੀ ਔਖਾ ਹੁੰਦਾ। ਤੂੰ ਕਹਦੇ ਔਖਾ ਨਾ, ਇਹਨੂੰ ਛੱਡ ਦੇ। ਜਿਨੇ 14 ਲੋਕ ਜੋਤ ਬਿਥਾਰਿਯੰ। ਜਿਹਨੇ 14 ਲੋਕ ਜੋਤੰ ਬਿਥਾਰਿਯੰ। ਜੋਤਾਂ ਬਿਥਾਰੀਆਂ, ਜਿਹਨੇ 14 ਲੋਕਾਂ ਦੇ ਵਿੱਚ ਜੋਤ ਬਿਖਰੀ ਹੋਈ ਹੈ, ਜਿਹਦੀ ਉਹ ਡੰਡਧਾਰੀ ਹੈ, ਉਹਨੂੰ ਨਮਸਕਾਰ ਹੈ। ਨਮਸਕਾਰ ਮੋਰ ਤੀਰੰ ਤੁਫੰਗੰ। ਨਮਸਕਾਰ ਮੋਰ, ਨਮਸਕਾਰ ਅੰਗ ਮੋਰ ਤੀਰੰ ਤੁਫੰਗ। ਮੇਰੀ ਨਮਸਕਾਰ ਹੈ, ਚਾਹੇ ਤੂੰ ਤੀਰ ਹੈ, ਚਾਹੇ ਤੈਨੂੰ ਤੋਪ ਮੰਨ ਲਈਏ। ਤੁਫੰਗ, ਤੁਫੰਗ ਬੰਦੂਕ ਨੂੰ ਕਹਿੰਦੇ ਨੇ। ਨਮੋ ਤੋਪ ਕੀ ਹੈ? ਤੋਪ ਕਬੀਰ ਨੇ ਬਣਾਤੀ ਸੀ। ਤੋਪ ਉਦੋਂ ਤੋਪਾਂ ਆ ਗਈਆਂ ਸੀ। ਕਹਿੰਦਾ ਪ੍ਰੇਮ ਪਲੀਤਾ ਸੁਰਤਾ ਹਵਾਈ ਗੋਲਾ ਗਿਆਨ ਚਲਾਇਆ। ਗਿਆਨ ਦਾ ਗੋਲਾ ਚਲਾਤਾ। ਘੋੜਾ ਤਾਂ ਹੁਣ ਪਾਈਪ ਤੇ ਚੱਲਣਾ, ਬੰਦੂਕ ਚ ਚੱਲਣਾ। ਪ੍ਰੇਮ ਪਲੀਤਾ, ਜਿਹੜਾ ਤੇਰੇ ਨਾਲ ਪ੍ਰੇਮ ਜੋੜਿਆ ਤਾਂ ਪਲੀਤਾ। ਸੁਰਤ ਜਿਹੜੀ ਮੇਰੀ ਹੈ ਉਹ ਬੈਰਲ ਹੈ, ਹਵਾ ਹਵਾਈ ਹੈ ਨਾ, ਬੈਰਲ ਹੈ ਉਹਦੇ ਵਿੱਚ। ਬੈਰਲ ਚ ਕੀ ਹੁੰਦੀ? ਹਵਾ। ਨਾਲੀ ਪਾਈਪ ਹੈ। ਸੁਰਤ ਹਵਾਈ, ਘੋੜਾ ਕੀ ਹੈ? ਗਿਆਨ। ਗਿਆਨ ਜਿਹੜਾ ਬਰੂਦ ਇੱਥੇ ਭਰਿਆ ਹਿਰਦੇ ਚ, ਪਲੀਤਾ ਤੇਰੇ ਨਾਲ ਜੋੜਿਆ। ਜਦ ਤਾਂ ਇਧਰੋਂ ਅੱਗ ਲਾਉਣੀ ਹੈ ਨਾ ਪਲੀਤੇ ਨੂੰ, ਚੱਲਣਾ ਘੋੜਾ ਜ਼ਿਆਦਾ ਜਾਂ ਤੈਂ ਚਲਾਉਣਾ। ਪਲੀਤਾ ਤੇਰੇ ਹੱਥ ਚ, ਅੱਗ ਮੇਰੇ ਕੋਲ ਨਹੀਂ, ਅੱਗ ਵੀ ਤੇਰੇ ਕੋਲ। ਬ੍ਰਹਮ ਅਗਨ ਤੇਰੀ ਆਉਣੀ ਹੈ। ਸਹਿਜੇ ਪਰਜਾਲੀ, ਜਦ ਇਹਨੂੰ ਲਾ ਦੇਣੀ ਹੈ ਨਾ ਤਾਂ ਪਲੀਤੇ ਨੂੰ, ਉਹ ਪਲੀਤੇ ਨੇ ਜਲਦਾ ਇੱਧਰ ਆ ਜਾਣਾ। ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕੋ ਹੀ ਚੋੜ ਸਜਾਇਆ, ਇੱਕੋ ਚੋੜ ਨੂੰ ਪਰਮਦਾਨ ਦਾ ਫੁੱਟ ਜਾਣਾ।
ਭਰਮ ਸਾਰਾ ਹੀ ਟੁੱਟ ਜਾਣਾ। ਫਿਰ ਅੱਗੇ ਕੀ ਆ, ਕਹਿੰਦਾ ਸੱਤ ਸੰਤੋਖ ਦਾ ਲੜਨੇ ਲੱਗਾ। ਫਿਰ ਸੱਤ ਹਰ ਸੰਤੋਖ, ਸੱਚ ਦੀ ਤਲਵਾਰ, ਸੰਤੋਖ ਦੀ ਢਾਲ। ਮਾਇਆ ਦੀ ਭੁੱਖ ਕੋਈ ਨਹੀਂ, ਤੇ ਆਪ ਨੂੰ ਮਾਇਆ ਦੀ ਭੁੱਖ ਨਹੀਂ, ਲੋਕਾਂ ਨੂੰ ਮਾਇਆ ਦੀ ਭੁੱਖ ਤੋਂ ਦੂਰ ਕਰਨਾ। ਮਾਇਆ ਦੀ ਭੁੱਖ ਬਕਾਰਾਂ ਕਰਕੇ ਨਾ, ਆਪਣੇ ਬਕਾਰ ਕੱਟ ਲਏ, ਲੋਕਾਂ ਦੇ ਕੱਟਣੇ। ਸੱਤ ਸੰਤੋਖ ਦਾ ਲੜਨੇ ਲੱਗਾ, ਤੋੜੇ ਦੋ ਦਰਵਾਜ਼ਾ। ਦੋ ਦਰਵਾਜ਼ੇ ਵੀ ਤੋੜਦੇ, ਕਾਹਦੇ? ਪੁੰਨ ਔਰ ਪਾਪ ਦੇ। ਪੁੰਨ ਪਾਪ ਨਹੀਂ ਹੁੰਦਾ, ਇਹ ਸਮਝਾਤਾ। ਪੁੰਨ ਪਾਪ, ਪੁੰਨ ਦਰਵਾਜ਼ਾ ਸੀ ਨਾ, ਪਾਪ ਔਰ ਪੁੰਨ ਦੋ ਦਰਵਾਜ਼ੇ ਨੇ। ਇੱਕ ਨਰਕ ਨੂੰ ਜਾਂਦਾ, ਇੱਕ ਸੁਰਗ ਨੂੰ। ਉਹ ਆਪਾਂ ਨੇ ਦੋਏ ਤੋੜਦੇ, ਉਹ ਰੱਖਣੇ ਨਹੀਂ ਹਨ। ਨਾ ਸੁਰਗ ਜਾਣਾ ਨਾ ਨਰਕ ਜਾਣਾ। ਜਿਹਨਾਂ ਨੇ ਜਾਣਾ ਉਹਨਾਂ ਦੇ ਹੁੰਦੇ ਨੇ ਦਰਵਾਜ਼ੇ। ਤੋੜੇ ਦੋਏ ਦਰਵਾਜ਼ਾ, ਉੱਤੇ ਦੋਏ ਦਰਵਾਜ਼ੇ ਤੋੜ ਕੇ ਨਾ ਪੱਥਰ ਦੀ ਕੰਧ ਕਰਤੀ। ਦਰਵਾਜ਼ਾ ਤਾਂ ਰੱਖੀ ਜਾਏ ਜੇ ਉਧਰ ਨਿਕਲਣਾ ਹੋਵੇ। ਜੇ ਆਪਾਂ ਨਿਕਲਣਾ ਹੀ ਨਹੀਂ, ਕਹਿੰਦੇ ਕੀ ਕਰਨਾ? ਦਰਵਾਜ਼ਾ ਤੋੜਿਆ। ਇੱਧਰ ਦਰਵਾਜ਼ਾ ਜਾਂ ਤਾਂ ਲਾਇਆ ਹੈ ਜਾਂ ਖਤਮ ਕੀਤਾ। ਸਾਧ ਸੰਗਤਾਂ ਗੁਰ ਕਿਰਪਾ ਤੇ ਪਕੜਿਓ ਕਣਕਾ ਰਾਜਾ। ਇਸ ਕਰਕੇ ਤੀਰੰਗ ਤਭੰਗ, ਚਾਹੇ ਤੂੰ ਤੀਰ ਹੈ ਚਾਹੇ ਤੂੰ ਤਭੰਗ ਹੈ, ਤੈਨੂੰ ਨਮਸਕਾਰ। ਨਮੋ ਖਗ ਅਦਗੰ ਅਭੇਯੰ ਅਭੰਗੰ। ਨਮੋ ਖਗ ਅਦਗੰ, ਤੂੰ ਖੜਗ ਹੈ, ਖਗ ਹੈ, ਅਦਗੰ ਹੈ, ਤੈਨੂੰ ਕੋਈ ਦਾਗ ਹੀ ਨਹੀਂ ਪੈਂਦਾ। ਅਭੇਯੰ ਅਭੰਗੰ, ਅਪਯੰ ਅਪੰਗੰ, ਤੈਨੂੰ ਕੋਈ ਕੱਟ ਨਹੀਂ ਸਕਦਾ। ਤੂੰ ਟੁੱਟਦੀ ਨਹੀਂ ਹੈ, ਤੈਨੂੰ ਦੰਦਾ ਨਹੀਂ ਪੈਂਦਾ, ਤੈਨੂੰ ਭੈ ਨਹੀਂ ਕਿਸੇ ਦੀ। ਗਦਾਯੰ ਗ੍ਰਿਸ਼ਟੰ ਨਮੋ ਸਾਹਿਤਿਯੰ। ਗਦਾਯੰ, ਚਾਹੇ ਤੂੰ ਗਦਾ ਕਹਿ ਲਈਏ ਤੈਨੂੰ ਜਿਹੜੀ ਫੜੀ ਹੋਈ ਹੈ, ਨਮੋ ਚਾਹੇ ਸਹਿਤੀ ਕਹਿ ਲਈਏ, ਨਮਸਕਾਰ ਹੈ ਤੈਨੂੰ। ਜਿਨੇ ਤੁਰਿਯੰ ਵੀਰ ਬੀਓ ਨਾ ਬੀਯੰ। ਜਿਹੜਾ ਤੁਲਿਯੰ ਵੀਰ ਬੀਓ ਨਾ ਬੀਯੰ, ਜਿਹਦੇ ਸਮਾਨ ਨਾ ਕੋਈ ਯੋਧਾ ਹੋਇਆ ਨਾ ਹੋਊਗਾ, ਨਾ ਬਹਾਦਰ ਹੋਇਆ ਨਾ ਹੋਊਗਾ। ਜਿਨੇ ਤੁਲਿਯੰ ਵੀਰ ਬੀਓ ਨਾ ਬੀਯੰ, ਨਾ ਐਸਾ ਵੀਰ ਬਹਾਦਰ ਕੋਈ ਹੋਇਆ, ਉਹਦੇ ਸਮਾਨ ਨਾ ਹੋਊਗਾ। ਅਭੂਤੰ ਭਿਆਨਕ, ਅਭੂਤ ਹੈ ਤੂੰ, ਕੋਈ ਐਸੀ ਵਸਤੂ ਨਹੀਂ ਹੈ ਸੰਸਾਰੀ, ਮਾਇਆ ਤੋਂ ਪਰੇ ਹੈ। ਭਿਆਨਕ, ਪੈ ਰਹਿਤ ਹੈ। ਨਮੋ ਉਗਰ ਦਾੜੰ ਮਹਾਗ੍ਰਿਸ਼ਟ ਗਾੜੰ। ਨਮੋ ਉਗਰਦਾੜੰ, ਤੂੰ ਹੀ ਉਗਰਦਾੜ ਹੈ, ਉਗਰਦਾੜ ਵਾਲੀ ਹੈ ਤੂੰ। ਗ੍ਰਿਸ਼ਟੰ, ਮਹਾਗ੍ਰਿਸ਼ਟ ਗਾੜੰ। ਮਹਾਗ੍ਰਿਸ਼ਟ ਗਾੜੰ, ਬਹੁਤ ਹੀ ਗ੍ਰਿਸ਼ਟ ਹੈ ਤੂੰ, ਗਾੜਾ ਗਿਆਨ ਹੈ ਤੇਰਾ। ਨਮੋ ਤੀਰ ਤੋਪੰ ਜਿਨੇ ਸ਼ਤਰ ਘੋਪੰ। ਨਮੋ ਤੀਰ ਤੋਪੰ, ਨਮੋ ਤੀਰ ਤੋਪਾਂ, ਜਿਹਨਾਂ ਸ਼ਾਸਤਰਾਂ ਨੂੰ ਖੁੱਭ ਜਾਂਦੇ, ਜਿਹਨਾਂ ਨੂੰ ਦੁਸ਼ਮਣਾਂ ਨੂੰ ਖੁੱਭਦੇ ਨੇ ਜਾ ਕੇ। ਤੀਰ ਹੈ ਚਾਹੇ ਤੋਪ ਹੈ, ਜਿਹਨਾਂ ਨੂੰ ਸ਼ਤਰੂਆਂ ਦੇ ਘੋਪ ਦੇਈਦਾ, ਜਾ ਕੇ ਫੱਟੜ ਕਰੀਦਾ ਸ਼ਤਰੂਆਂ ਨੂੰ। ਨਮੋ ਤੋਪ ਪਟੰ ਜਿਨੇ ਦੁਸ਼ਟ ਦਟੰ। ਨਮੋ ਤੋਪ ਪਟੰ, ਤੂੰ ਤੋਪ ਹੈ ਚਾਹੇ ਤੂੰ ਪਟੰ ਹੈ, ਜਿਹਨਾਂ ਨੂੰ ਦੁਸ਼ਟਾਂ ਨੂੰ ਨਾਸ਼ ਕਰਨ ਵਾਲੀ ਹੈ ਤੂੰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ। ਜਿੰਨੇ ਵੀ ਸ਼ਾਸਤਰਾਂ ਦੇ ਨਾਮ ਨੇ ਸਾਰਿਆਂ ਨੂੰ ਨਮਸਕਾਰ ਹੈ। ਜਿਤੇ ਸ਼ਾਸਤਰ ਭੇਦ ਨਮਸਕਾਰ ਤੇ, ਜਿੰਨੇ ਸ਼ਾਸਤਰਾਂ ਦੇ ਭੇਦ ਨੇ ਸਾਰਿਆਂ ਨੂੰ ਨਮਸਕਾਰ ਹੈ। ਜਿਤੇ ਅਸਤਰ ਭੇਦ ਨਮਸਕਾਰ, ਜਿਤੇ ਅਸਤਰ ਭੇਦ ਨਮਸਕਾਰ ਤੇ, ਅਸਤਰਾਂ ਦੇ ਭੇਦ ਨੇ, ਨਮਸਕਾਰ ਹੈ ਸਭ ਨੂੰ। ਵੇਰ ਕਰੋ ਤਿਣ ਤੇ ਵੋਹੀ ਜਾਹੀ, ਗਰੀਬ ਨਵਾਜ਼ ਨੂੰ ਦੂਸਰੇ ਤੋਂ ਸੋ। ਮੇਰੇ ਵਰਗੇ ਤਿਣ ਤੇ, ਤਿਣਕੇ ਤੇ, ਮਾਮੂਲੀ ਆਦਮੀ ਤੇ ਇਹ ਤੇਰੀ ਕਿਰਪਾ ਹੀ ਹੈ ਕਿ ਮੈਨੂੰ ਇੱਕ ਪਹਾੜ ਵਜੋਂ ਮੈਂ, ਜਿਹੜੇ ਵਿਰੋਧੀ ਨੇ ਸੱਚ ਦੇ, ਉਹਨਾਂ ਨੂੰ ਮੈਂ ਇੱਕ ਪਹਾੜ ਵਰਗਾ ਲੱਗਦਾ। ਇੱਕ ਮਾਮੂਲੀ ਆਦਮੀ ਪਹਾੜ ਬਣ ਜਾਵੇ, ਬਹੁਤ ਬੜੀ ਵਿਚਾਰਧਾਰਾ ਦੇ ਕਰੋੜਾਂ ਆਦਮੀ ਦੇ ਸਾਹਮਣੇ ਇੱਕੋ ਆਦਮੀ ਪਹਾੜ ਬਣ ਜਾਵੇ। ਵੀ ਮੇਰੇ ਵਰਗੇ ਇੱਕ ਆਦਮੀ ਮਾਮੂਲੀ ਆਦਮੀ ਨੂੰ ਪਹਾੜ ਬਣ ਕੇ ਖੜਾ ਕਰਤਾ। ਤੇਰੀ ਇਹ ਬਖਸ਼ਿਸ਼ ਹੈ, ਗਰੀਬ ਨਵਾਜ ਹੈ ਤੂੰ। ਮੈਂ ਗਰੀਬ ਸੀ, ਨਵਾਜ ਦਿੱਤਾ ਤਾਂ ਆ ਪਹਾੜ ਰੂਪ ਖੜਾ ਕਰਤਾ। ਜਿਹੜੀ ਇਹ ਬਾਣੀ 10 ਗ੍ਰੰਥ ਪਹਾੜ ਖੜਾ ਕਰਤਾ ਹਿੰਦੂ ਮਤ ਦੇ ਅੱਗੇ। ਅਲੱਗ ਕਿਸਮ ਦਾ ਪਹਾੜ ਹੈ, ਆਦ ਹੋਰ ਕਿਸਮ ਦੀ ਗੱਲ ਹੈ। ਇਹ ਇਕੱਲਾ ਹੀ ਨਹੀਂ, ਅਲੱਗ ਕਿਸਮ ਦੀ ਗੱਲ ਕਰਦੀ। ਤੇਰੇ ਨੂੰ ਪਹਾੜ ਬਣਾਤਾ। ਕਿਤੇ ਆਦ ਦੇ ਵਿੱਚ ਇਹ ਜ਼ਿਕਰ ਨਹੀਂ ਹੈ ਵੀ ਪਹਾੜ ਬਣਾਤਾ ਆਦਮੀ ਨੂੰ। ਕਿਸੇ ਭਗਤ ਨੇ ਨਹੀਂ ਕਿਹਾ ਮੈਂ ਪਹਾੜ ਹਾਂ, ਮੈਂ ਦੂਜੇ ਨੂੰ ਪਹਾੜ ਲੱਗਦਾ।
ਮੈਂ ਨਹੀਂ ਕੁਛਾਉ ਨਹੀਂ ਤਾਂ ਕਿਹਾ ਉਹਨਾਂ ਨੇ, ਪਰ ਐ ਨਹੀਂ ਕਿਹਾ ਵੀ ਮੈਨੂੰ ਪਹਾੜ ਬਣਾਤਾ ਤੇ। ਇਹਦੇ ਪਿੱਛੇ ਗੱਲ ਕੀ ਹੈ? ਬਿਲਕੁਲ ਪਹਾੜ ਹੈ ਉਹਨਾਂ ਦੇ ਸਾਹਮਣੇ। ਦੂਜੀ ਮਤਾਂ ਇਹੀ ਕਾਰਨ ਸੀ ਕਿ ਇਹ ਕੱਲਾ ਗ੍ਰੰਥ ਹੈ ਜਿਹਦੀ ਵਜ੍ਹਾ ਨਾਲ ਏਡਾ ਬੜੀ ਜੰਗ ਹੋਈ ਹੈ। ਜੀ ਤੋਂ ਬਾਅਦ ਹੋਇਆ ਵੀ ਖਾਲਸੇ ਨੂੰ ਖਤਮ ਕਰ ਦੋ, ਨਹੀਂ ਇਹ ਇਲਾਜ ਕੋਈ ਨਹੀਂ ਹੈ। ਸਿੱਖਾਂ ਨੂੰ ਜੇ ਖਤਮ ਨਾ ਕੀਤਾ ਤਾਂ ਹਿੰਦੂ ਧਰਮ ਔਰ ਇਸਲਾਮ ਦੋਏ ਖਤਮ ਨੇ। ਇਹ ਦੋਹਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਦੋਏ ਖਤਮ, ਆਪ ਦੋਏ ਮਤਾਂ ਦਾ ਖਾਤਮਾ। ਉਹਨਾਂ ਦਾ ਭਗਤਾਂ ਦੇ ਬਾਅਦ ਆ ਮੁੱਦਾ ਸੀ ਮੂਰਤੀ ਪੂਜਾ ਵਾਲਾ, ਜਿਉਂ ਦਾ ਤਿਉਂ ਚੱਲਦਾ ਆਇਆ। ਮੂਰਤੀ ਪੂਜਾ ਦਾ ਮੁੱਦਾ ਜਿਉਂ ਦਾ ਤਿਉਂ ਚੱਲਦਾ ਆਇਆ। ਇਹਨਾਂ ਨੇ ਰੱਖਿਆ ਮੂਰਤੀ ਪੂਜਾ ਵਾਲੇ ਮੁੱਦੇ ਤੇ। ਸਾਰਾ ਗੱਲਾਂ ਹੀ ਉਹਨਾਂ ਦੇ ਜਿਹੜੇ ਸ਼ਿਵ, ਰਾਮਚੰਦਰ, ਬ੍ਰਹਮਾ, ਵਿਸ਼ਨੂੰ, ਇਹ ਜਿਹੜੇ ਇਹਦੇ ਤੇ ਹੀ ਰੱਖੀ ਹੋਈ ਹੈ ਸਾਰੀ ਸੂਈ ਵੀ ਅਵਤਾਰ ਕੀ ਹੁੰਦੇ ਨੇ। ਉਹ ਤੇ ਕਹਿਤਾ ਦੇ ਵਿੱਚ ਵੀ ਰਾਜੇ ਹੁੰਦੇ ਨੇ, ਸਮੇਂ ਦੇ ਜਿਹੜੇ ਅਵਤਾਰ ਹੁੰਦੇ ਨੇ। ਇਹਦਾ ਬਹੁਤਾ ਅਸਰ ਨਹੀਂ ਪਿਆ ਬਿਰਲੇ ਤੇ, ਕਿਸੇ ਤੇ ਮਾੜਾ, ਆਮ ਸੰਗਤ ਤੇ ਕੋਈ ਨਹੀਂ ਅਸਰ ਪਿਆ। ਤਾਂ ਉਹਨਾਂ ਨੇ ਸਿਰਫ ਇੱਕ ਹੌਸਲੇ ਨਾਲ ਗੱਲ ਕਹਿਤੀ ਵੀ ਕੁਝ ਨਹੀਂ ਹੁੰਦੇ ਅਵਤਾਰ। ਲੋਕ ਡਰਦੇ ਬਹੁਤ ਸੀ ਨਾ ਸ਼ਿਵ ਜੀ ਦੇ ਵਿੱਚ ਹੁੰਦੇ। ਇਹਨਾਂ ਨੇ ਤਾਂ ਬਿਲਕੁਲ ਇਹਨਾਂ ਦੀ ਭੱਡੀ ਕਰਤੀ, ਭੱਡੀ ਕਰਕੇ ਰੱਖ ਦਿੱਤੀ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕੀੜੇ। ਭੱਡੀ ਨਹੀਂ ਇਹਦਾ ਕੀ ਹੈ? ਜੋ ਕਹੋ ਰਾਮ ਅਜੋਨ ਅਜਾਇਆ, ਕਾਹ ਕੋ ਕੌਸ਼ਨ ਕੁੱਖ ਜਿਉ। ਜੇ ਕਹਿੰਦੇ ਅਜੋਨ ਅਜਾਇਆ ਹੁੰਦਾ ਰਾਮਚੰਦਰ, ਫਿਰ ਉਹ ਕਸ਼ਲਿਆ ਦੀ ਕੁੱਖ ਚ ਉਹਨੂੰ ਕੀ ਲੋੜ ਸੀ ਜਨਮ ਲੈਣ ਦੀ? ਹੋਈ ਛੋਟੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਬਰਦਾਸ਼ਤ ਨਹੀਂ ਹੋ ਸਕਦੀ ਸੀ ਉਹਨੂੰ। ਇਹ ਇਹੋ ਜਿਹਾ ਸੱਚ ਸੀ ਕੌੜਾ, ਇਹ ਬਰਦਾਸ਼ਤ ਹੋਣਾ ਮੁਸ਼ਕਿਲ ਸੀ। ਰਾਮਾ ਅਵਤਾਰ ਲੈ ਕੇ ਉਹਨੂੰ ਆਦਮੀ ਸਾਬਤ ਕਰਦਾ, ਸਧਾਰਨ ਆਦਮੀ ਸੀ। ਉਹ ਤਾਂ ਬਾਬਾ ਸੀ ਜਿਹੜਾ, ਉਹਦੇ ਨਾਲ ਉਹ ਗਿਆਨਵਾਨ ਸੀ ਜਿਹੜਾ, ਇਹ ਵੀ ਸਾਬਤ ਕਰਦਾ। ਬਾਬੇ ਦਾ ਗੁਰੂ ਕੋਈ ਨਹੀਂ ਦੱਸਿਆ ਵੀ ਉਹਨੂੰ ਕੋਈ ਪ੍ਰਭਾਵਿਤ ਕਰਨ ਵਾਲਾ ਬੰਦਾ ਹੋਵੇ, ਧਾਰਮਿਕ ਬੰਦਾ ਕੋਈ ਪ੍ਰਭਾਵਿਤ ਨਹੀਂ ਕਰਨ ਵਾਲਾ। ਰਾਮਚੰਦਰ ਦਾ ਗੁਰੂ ਹੈ, ਦਿਖਾਇਆ ਹੋਇਆ। ਕਹਿੰਦੇ ਇੱਕ ਕੋ ਛੱਡ ਅਨੇਕ ਭਜੈ। ਜੇ ਤੁਸੀਂ ਇੱਕ ਨੂੰ ਛੱਡ ਕੇ ਅਨੇਕਾਂ ਨਾਲ ਜੁੜਦੇ ਹੋ ਦੇਵੀ ਦੇਵਤਿਆਂ ਨਾਲ। ਸੁਖਦੇਵ ਪਰਾਸਰ ਵਿਆਸ ਝੂਠਾਲਿਓ। ਕੀ ਸੁਖਦੇਵ ਪਰਾਸਰ ਔਰ ਵਿਆਸ ਝੂਠ ਬੋਲਦੇ ਨੇ? ਉਹ ਤਾਂ ਕਹਿੰਦੇ ਨੇ ਇੱਕ ਹੈ। ਉਹਨਾਂ ਨੂੰ ਵੀ ਤੁਸੀਂ ਕਹਿੰਦੇ ਸਾਡੇ ਉਹ ਜੋ ਕਹਿੰਦੇ ਨੇ ਸੱਚ ਕਹਿੰਦੇ ਨੇ, ਆ ਤੁਹਾਡਾ ਤੂੰ ਉਹਨਾਂ ਦੇ ਵਿਰੋਧੀ ਗੱਲ ਵੀ ਸੱਚ ਹੈ। ਇੱਕ ਗੱਲ ਤੇ ਖੜੋ, ਇਹ ਤਾਂ ਕਹੋ ਅਨੇਕਤਾ ਹੈ, ਇੱਕ ਪਰਮੇਸ਼ਰ ਨੂੰ ਦਾ ਕੋਈ ਚੀਜ਼ ਹੈ ਨਹੀਂ, ਦੇਵੀ ਦੇਵਤੇ ਨੂੰ। ਇਹ ਕਹੋ ਪਰਮੇਸ਼ਰ ਇੱਕ ਹੈਗਾ, ਫਿਰ ਦੇਵੀ ਦੇਵਤੇ ਕੁਝ ਨਹੀਂ। ਤੁਸੀਂ ਤਾਂ ਦੋਵੇਂ ਬੇੜੀਆਂ ਦੇ ਪੈਰ ਤੇ ਨਹੀਂ ਖੜੇ ਹੋ। ਇੱਕ ਐਸੀ ਗੱਲ ਸੀ ਜਿਹਦੇ ਚ ਆਮ ਆਦਮੀ ਹੈ, ਜਿਹੜਾ ਜਨਰਲ ਆਦਮੀ ਹੈ, ਉਹ ਲੜਖੜਾ ਗਿਆ। ਉਹਦੇ ਨਿਗਾਹ ਜੋ ਧਰਮ ਬਿਲਕੁਲ ਖਤਮ ਹੋ ਗਿਆ। ਜਨਰਲ ਆਦਮੀ ਐਸੀ ਭਾਸ਼ਾ ਦੇ ਵਿੱਚ ਕਰਤਾ। ਆਹ ਭਾਸ਼ਾ ਇੱਕ, ਇਸ ਭਾਸ਼ਾ 'ਚ ਕੋਈ ਬ੍ਰਹਮ ਗਿਆਨ ਕਦੇ ਨਹੀਂ ਹੋਇਆ। ਸ਼ਾਸਤਰੀ ਭਾਸ਼ਾ ਹੀ ਹੈ, ਬ੍ਰਹਮ ਗਿਆਨ ਨਹੀਂ ਹੋਇਆ ਕਦੇ ਵੀ। ਫਿਰ ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਕਰੈਕਟਰ ਹੈ ਇਹਦੇ 'ਚ ਮੇਨ। ਬ੍ਰਹਮ ਗਿਆਨੀ ਦਾ ਕਰੈਕਟਰ ਨਹੀਂ ਹੈ, ਕਰੈਕਟਰ ਤਾਂ ਪਰਮੇਸ਼ਰ ਦਾ ਹੈ। ਬ੍ਰਹਮ ਗਿਆਨੀ ਦਾ ਆਪਣਾ ਕੋਈ ਕਰੈਕਟਰ ਹੁੰਦਾ ਹੀ ਨਹੀਂ। ਬ੍ਰਹਮ ਗਿਆਨੀ ਦਾ ਆਪਣਾ ਕੋਈ ਕਰੈਕਟਰ ਨਹੀਂ ਹੁੰਦਾ ਕਿ ਜੋ ਤੂੰ ਚਲਾਏ ਦੇਵੇ ਚੱਲਦਾ। ਉਹ ਤਾਂ ਉਹਦਾ ਕਰੈਕਟਰ ਕੀ ਹੋਇਆ? ਉਹਦਾ ਕਰੈਕਟਰ ਅਸਲ 'ਚ ਪਰਮੇਸ਼ਰ ਦਾ ਕਰੈਕਟਰ ਹੁੰਦਾ। ਇੱਥੋਂ ਨਹੀਂ ਪਤਾ ਲੱਗਦਾ ਲੋਕਾਂ ਨੂੰ ਇਹ ਗੱਲ ਕੀ ਹੈ। ਜਦੋਂ ਕਹਿੰਦਾ ਜਿਉਂ ਤੂੰ ਚਲਾਏ ਦੇਵੇ ਚੱਲੋ, ਫਿਰ ਉਹਦਾ ਆਪਣਾ ਕਰੈਕਟਰ ਤਾਂ ਕੁਛ ਵੀ ਨਾ ਹੋਇਆ। ਸਾਖਸ਼ਾਤ ਪਰਮੇਸ਼ਰ ਦਾ ਹੀ ਕਰੈਕਟਰ ਹੁੰਦਾ ਬ੍ਰਹਮ ਗਿਆਨੀ ਦਾ ਕਰੈਕਟਰ। ਉਹ ਗੱਲ ਹੈ ਨਾ ਦੇ ਵਿੱਚ, ਉੱਥੇ ਇਹ ਗੱਲ ਨਹੀਂ ਹੈ। ਉੱਥੇ ਬ੍ਰਹਮ ਗਿਆਨੀ ਦਾ ਕਰੈਕਟਰ ਨਿਰਮਾਣ ਕਿਵੇਂ ਹੋਣਾ ਇਹ ਹੈ। ਬ੍ਰਹਮ ਗਿਆਨੀ ਬਣਨਾ ਕਿਵੇਂ, ਉੱਥੇ ਇਹ ਹੈ।
ਲਾਈਨ ਤੇ ਆਉਣਾ ਕਿਵੇਂ? ਇੱਥੇ ਲਾਈਨ ਤੇ ਆਇਆ ਹੋਇਆ ਜਿਹੜਾ ਲਾਈਨ ਤੇ ਆਇਆ ਜਿਵੇਂ ਲਾਈਨ ਉਵੇਂ ਚੱਲਦਾ ਹੋਵੇ। ਲਾਈਨ ਤੇ ਨੂੰ ਬਾਹਰ ਜਾ ਸਕਦਾ, ਨੂੰ ਅੰਦਰ ਜਾ ਸਕਦਾ, ਨੂੰ ਬਾਹਰ ਜਾ ਸਕਦਾ। ਭਈਆ ਲਾਈਨ ਪਹਿਲਾਂ ਵਿਛੀ ਹੋਈ ਹੈ। ਉਹ ਰੇਲ ਜੇ ਚੱਲੂਗੀ, ਡੱਬਾ ਚੱਲੂਗਾ, ਲਾਈਨ ਦੇ ਉੱਤੇ ਚੱਲੂਗਾ, ਲਾਈਨ ਤੋਂ ਇੱਧਰ ਉੱਧਰ ਨਹੀਂ ਜਾ ਸਕਦਾ। ਸੰਤ ਤਾਂ ਜਾਂ ਗੁਰਮੁਖ ਤਾਂ ਜਾਂ ਭਗਤ ਤਾਂ ਜਾਂ ਬ੍ਰਹਮਗਿਆਨੀ ਤਾਂ ਉਹ ਹੈ ਜਿਹੜਾ ਉਸ ਲਾਈਨ ਤੇ ਚੱਲੂਗਾ, ਇੱਧਰ ਤੋਂ ਜਾਇਆ ਹੀ ਨਹੀਂ ਸਕਦਾ। ਫਿਰ ਉਹਦਾ ਆਪਣਾ ਕਰੈਕਟਰ ਕੀ ਹੋਇਆ? ਕਰੈਕਟਰ ਤਾਂ ਲਾਈਨ ਦਾ ਹੋਇਆ। ਉਹ ਕਰੈਕਟਰ ਤਾਂ ਮੱਤ ਦਾ ਹੋਇਆ, ਗੁਰਮੱਤ ਦਾ ਕਰੈਕਟਰ ਹੈ। ਜੋ ਗੁਰਮੱਤ ਹੈ ਉਹੀ ਉਹਦਾ ਕਰੈਕਟਰ ਹੈ। ਉਹਦਾ ਆਪਣਾ ਕਰੈਕਟਰ ਨਹੀਂ ਕੋਈ ਹੁੰਦਾ। ਗੁਰਮੱਤ ਪਰਮੇਸ਼ਰ ਦੀ ਮੱਤ ਹੈ। ਅਸਲ 'ਚ ਪਰਮੇਸ਼ਰ ਦਾ ਜੋ ਦੱਸਿਆ ਹੋਇਆ ਕਰੈਕਟਰ ਹੈ ਵੀ ਇਹੋ ਜਿਹਾ ਕਰੈਕਟਰ ਚਾਹੀਦਾ ਤੁਹਾਡਾ ਸੰਸਾਰ 'ਚ, ਇਹੋ ਜਿਹਾ ਕਰੈਕਟਰ ਸੱਚਖੰਡ ਵਾਲਿਆਂ ਦਾ। ਜੇ ਇੱਥੇ ਇਹੋ ਜਿਹਾ ਕਰੈਕਟਰ ਖੇਲ ਜੂਗਾ ਗੇਮ ਤਾਂ ਉੱਥੇ ਚਲਾ ਜਾਊਗਾ। ਇੱਥੇ ਉਹ ਜੀ ਜ਼ਿੰਦਗੀ ਬਤਾ ਜੂਗਾ, ਉਹਨੂੰ ਆ ਗਿਆ ਸੱਚਖੰਡ ਦਾ ਬੂਹਾ ਖੁੱਲ ਜਾਂਦਾ ਉਹਦੇ ਵਾਸਤੇ, ਵੱਲੋਂ ਨਹੀਂ ਖੁੱਲਦਾ। ਇੱਥੇ ਪ੍ਰੈਕਟੀਕਲ, ਇਹ ਪ੍ਰੈਕਟੀਕਲ ਦੀ ਗੱਲ ਹੈ। ਇੱਥੇ ਪ੍ਰੈਕਟੀਕਲ ਹੈ। ਜਿਵੇਂ ਥਿਊਰੀ ਦੇ ਬਾਅਦ ਸਾਰਾ ਪ੍ਰੈਕਟੀਕਲ ਹੁੰਦਾ ਨਾ, ਇਹ ਤਾਂ ਪ੍ਰੈਕਟੀਕਲ ਹੈ ਸਾਰੀ ਗੱਲ। ਉੱਥੇ ਪ੍ਰੈਕਟੀਕਲ ਵਾਲੀ ਗੱਲ ਨਹੀਂ ਹੈ। ਪ੍ਰੈਕਟੀਕਲ ਨੂੰ ਕਿਹਾ ਹੈ ਵੀ ਪ੍ਰੈਕਟੀਕਲ ਤੇ ਬਿਨਾਂ ਗੱਲ ਬਣਦੀ ਨਹੀਂ। ਸੁਣਿਆ ਮੰਨਿਆ, ਮਨ ਕੀਤਾ ਪਾਓ, ਇਹ ਕਰਨਾ ਪਊਗਾ। ਇਹ ਤਾਂ ਕੀਤਾ ਹੋਇਆ, ਇਹਦਾ ਕੀਤਾ ਹੋਇਆ। ਫਿਰ ਉਹ ਕਿਵੇਂ ਵਿਚਰਦਾ ਦੁਨੀਆ ਦੇ ਵਿੱਚ, ਕੀ ਕਰਦਾ ਦੂਜੇ ਧਰਮਾਂ ਨਾਲ, ਕੁਝ ਕੀ ਸ਼ਕਤੀ ਹੁੰਦੀ ਹੈ, ਕਿਹਨੂੰ ਕਿਹਨੂੰ ਨਿਆਂ ਦਿੰਦਾ। ਜਿਹੜੇ ਕਹਿੰਦੇ ਨੇ ਸਾਨੂੰ ਕੋਈ ਜਿੱਤ ਨਹੀਂ ਸਕਦਾ, ਉਹਨੂੰ ਜਿੱਤ ਲੈਂਦਾ। ਉਹ ਕਰੈਕਟਰ ਹੈ ਇਹ ਕਰੈਕਟਰ ਕਹਿਣ ਨੂੰ ਆਦਮੀ ਦਾ ਕਰੈਕਟਰ ਹੈ। ਕਹਿਣ ਨੂੰ ਤਾਂ ਆਦਮੀ ਦਾ ਕਰੈਕਟਰ ਹੈ, ਭਗਵਤੀ ਆਦਮੀ ਹੈ, ਪਰ ਹੈ ਕਰੈਕਟਰ ਭਗਵੰਤ ਦਾ ਹੀ। ਉਹਦਾ ਆਪਣਾ ਹੁੰਦਾ ਨਹੀਂ ਨਾ ਕੋਈ, ਉਹਦਾ ਤਾਂ ਆਪਣਾ ਹੁੰਦਾ ਹੀ ਨਹੀਂ ਕੁਛ। ਮੇਰਾ ਮਜਮਾ ਕੁਛ ਨਹੀਂ, ਉਹਦਾ ਤਾਂ ਆਪਣੇ 'ਚ ਕੁਛ ਹੁੰਦਾ ਹੀ ਨਹੀਂ। ਹੁੰਦਾ ਵੀ ਆ, ਹੁੰਦਾ ਵੀ ਨਹੀਂ। ਦੇਖਣ ਨੂੰ ਆਦਮੀ ਹੁੰਦਾ ਵੀ ਆ, ਹੁੰਦਾ। ਉਹ ਕਹਿੰਦੇ ਹਰ ਕਾ ਸੇਵਕ ਸੋ ਹਰ ਜਿਹਾ। ਹਰ ਕਾ ਸੇਵਕ ਜਿਹੜਾ ਕੀ ਆ, ਹਰ ਜਿਹਾ ਜਿਹਾ ਹਰ ਉਹ ਜਾਈਆ। ਉਹ ਭੇਦ ਨਾ ਜਾਣੋ ਮਾਨਸ ਦੇਹਾ, ਉਹ ਦਿਖਾਈ ਆ। ਭੇਦ ਨਾ ਜਾਣੋ ਮਾਨਸ ਦਾ ਕੌਣ ਹੁੰਦਾ, ਕਿਹਾ ਜਾਂਦਾ, ਕੀ ਕਰਦਾ ਹੁੰਦਾ। ਉਹਨੂੰ ਕਹਿੰਦੇ ਚੰਡੀ। ਜਿਹਨੂੰ ਗੁਰਮੁਖ ਕਿਹਾ ਹੋਈ ਚੰਡੀ ਹੈ। ਇੱਥੇ ਉੱਥੇ ਗੁਰਮੁਖ ਹੈ, ਇੱਥੇ ਚੰਡੀ ਹੈ। ਉੱਥੇ ਗੁਰਮੁਖ ਕਿਵੇਂ ਬਣਨਾ ਇਹ ਗੱਲ ਹੈ। ਗੁਰਮੁਖ ਕੀ ਕਰਦਾ ਹੁੰਦਾ ਉੱਥੇ, ਉਹ ਨਹੀਂ ਗੱਲ ਹੈ। ਹਾਂ, ਗੁਰਮੁਖ ਦੀ ਮੋਟੀ ਮੋਟੀ ਦੱਸੀ ਵੀ ਹੋਈ ਹੈ। ਗੁਰਮੁਖ ਬੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਟਾਵੇ। ਉਹ ਵੀ ਜੋਗੀਆਂ ਨੂੰ ਕਹੀ ਹੋਈ ਗੱਲ ਹੈ। ਗੁਰੂ ਨਾਨਕ ਨੇ ਜਾਂ ਜੋਗੀਆਂ ਨੂੰ ਕਿਹਾ ਵੀ ਐਂ ਕਰਦਾ ਹੁੰਦਾ ਗੁਰਮੁਖ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਚੂਕੇ ਆਵਣ ਜਾਣ। ਉਹਦਾ ਪਰਸਨਲ ਹੋਇਆ ਨਾ, ਚੂਕੇ ਆਵਣ ਜਾਣ, ਖੋਟੇ ਖਰੇ ਪਛਾਣੇ ਤਾਂ ਉਹਦੀ ਪਰਸਨਲ ਗੱਲ ਹੈ ਨਾ, ਕੁਆਲਿਟੀ ਹੈ। ਪਰ ਬੈਰ ਵਿਰੋਧ ਗਵਾਵਾ ਇਹ ਹੈਗੀ ਸੰਸਾਰ ਨੂੰ, ਉਹਦੀ ਸੰਸਾਰ ਵਾਸਤੇ, ਦੂਜਿਆਂ ਵਾਸਤੇ। ਬੈਰ ਵਿਰੋਧ ਆਪਣੇ ਅੰਦਰੋਂ ਵੀ ਗਵਾਵੇ, ਸੰਸਾਰ ਦਾ ਵੀ ਗਵਾਵੇ। ਇਹ ਦੋ ਪਾਸੇ ਲੱਗਦੀ ਹੈ ਗੱਲ। ਉਹ ਗੱਲ ਹੈ ਦਸਮ ਦੇ ਵਿੱਚ। ਆਦਮੀ ਦੀ ਵੀ ਗੱਲ ਹੈ, ਪਰ ਗੱਲ ਅਸਲ 'ਚ ਪਰਮੇਸ਼ਰ ਦੀ ਹੋਈ ਹੈ। ਆਦਮੀ ਦੇ ਰਾਹੀਂ ਉਹ ਇੱਥੇ ਕੀ ਕਰਦਾ ਹੈ, ਆਪ ਤਾਂ ਜਨਮ ਨਹੀਂ ਲੈਂਦਾ ਉਹ, ਪਰ ਆਪਣਾ ਹੁਕਮ, ਆਪਣਾ ਕਰਾਮਾਤ ਇੱਥੇ ਕਿਵੇਂ ਦਿਖਾਉਂਦਾ ਹੈ। ਇਹ ਸਾਰਾ ਭੇਦ ਖੋਲਿਆ, ਇਹ ਦੱਸਿਆ। ਸੰਸਾਰੀ ਹੋਰ ਹੁੰਦੇ ਨੇ, ਭਗਤ ਹੋਰ ਹੁੰਦੇ ਨੇ। ਭਗਤ ਬਹੁਤ, ਭਗਤੀ ਕਈ ਪ੍ਰਕਾਰ ਦੀ ਹੈ, ਸੰਤ ਭਗਤੀ ਹੈ, ਧਰਮ ਬਹੁਤ ਨੇ। ਉਹ ਧਰਮ ਆਦਮੀ ਦੇ ਆਪਣੇ ਆਪਣੇ ਚਲਾਏ ਹੋਏ ਨੇ। ਉਹਨਾਂ ਧਰਮਾਂ ਦੇ ਨਾਲ ਇਹਦਾ ਹੈ ਇਹ ਸੰਵਾਦ ਨੇ। ਇਹ ਧਰਮ ਨਾਲ ਲੜਾਈਆਂ ਜੰਗਾਂ ਨਹੀਂ ਹੋਣੇ। ਜਿਹੜੇ ਆਦਮੀ ਦੇ ਧਰਮ ਬਣਾਏ ਹੋਏ ਨੇ, ਆਦਮੀ ਨੇ ਮੱਤਾਂ ਬਣਾਈਆਂ, ਉਹਨਾਂ ਮੱਤਾਂ ਨਾਲ ਸੰਵਾਦ ਹੈ। ਉਹਨਾਂ ਮੱਤਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ
ਕੋਈ ਲੜਾਈ ਪੜਾਈ ਨਹੀਂ ਹੈ ਜੰਗ। ਧਰਮ ਨਹੀਂ ਜੰਗ ਕਰਦੇ ਹੁੰਦੇ, ਜੰਗ ਤਾਂ ਉਹ ਰਾਜੇ ਫਿਰ ਕਰਦੇ ਹੁੰਦੇ ਨੇ ਸੰਸਾਰੀ। ਜਾਂ ਫਿਰ ਧਰਮ ਰਾਜਿਆਂ ਦਾ ਹੁੰਦਾ, ਝੂਠੇ ਧਰਮ ਵਾਲੇ ਰਾਜੇ ਨੂੰ ਉਕਸਾ ਦਿੰਦੇ ਨੇ, ਇਹਨੂੰ ਆਪਾਂ ਖਤਮ ਕਰ ਦਈਏ, ਉਹ ਗੱਲ ਹੁੰਦੀ। ਕਾਜ਼ੀਆਂ ਨੇ ਯਾਰ ਦੂਜਿਆਂ ਨੇ ਉਹਨਾਂ ਨੂੰ ਉਕਸਾਇਆ ਨਾ, ਕਾਜ਼ੀਆਂ ਨੇ ਯਾਰ ਪੰਡਤਾਂ ਨੇ ਰਲ ਕੇ ਹੀ ਉਕਸਾਇਆ ਵੀ ਜੇ ਇਹ ਕਾਮਯਾਬ ਹੋ ਜਾਣ, ਫਰਜ਼ ਕੀਤਾ ਇਹ ਧਰਮ ਕਾਮਯਾਬ ਹੋ ਜਾਏ, ਪਬਲਿਕ ਇਹਦੀ ਮਗਰ ਹੋ ਜਾ ਸਾਰੀ, ਤੇਰੇ ਤਾਂ ਨੱਥ ਪੈ ਗਈ, ਜੋ ਇਹ ਕਹੂ ਉਹੀ ਤੈਨੂੰ ਮੰਨਣਾ ਪਊਗਾ। ਪਬਲਿਕ ਜੋ ਉਹਦੇ ਨਾਲ, ਜਿਹਦੇ ਨਾਲ ਪਬਲਿਕ ਹੈ, ਰਾਜਾ ਕੁਝ ਨਹੀਂ ਕਰ ਸਕਦਾ ਉਹਨੂੰ, ਰਾਜਾ ਕਰੂਗਾ। ਪਬਲਿਕ ਜਿਹਦੇ ਨਾਲ ਸਾਰੀ ਉਹ ਹੋਵੇ, ਪਬਲਿਕ ਦੇ ਵਿੱਚ ਹੀ ਆ ਜਾਂਦੀ ਹੈ ਫੌਜ ਵੀ। ਫੌਜ ਕੀ ਹੁੰਦੀ ਹੈ? ਪਬਲਿਕ ਦੇ ਵਿੱਚ ਹੀ ਹੁੰਦੀ ਹੈ। ਫੌਜ ਕਿਤੇ ਬਾਹਰ ਹੋ ਜਾਂਦੀ ਹੈ। ਫਿਰ ਅੰਗਰੇਜ਼ ਐਵੇਂ ਨਹੀਂ ਛੱਡ ਕੇ ਗਿਆ ਹਿੰਦੁਸਤਾਨ ਨੂੰ, ਫੌਜ ਵੀ ਵਿਗੜ ਗਈ ਸੀ ਅੰਦਰੋਂ। ਉਹਨੇ ਕਿਹਾ ਵੀ ਇਹ ਫੌਜ ਵਿਗੜ ਗਈ ਤਾਂ ਕੁਝ ਵੀ ਨਹੀਂ ਜਾਣ ਲੈਣਾ ਇਹਨਾਂ ਨੇ, ਵਾਪਸ ਵੀ ਨਹੀਂ ਜਾਣ ਲੈਣਾ ਕਿਸੇ ਬੱਚੇ ਨੂੰ। ਚੰਗੀ ਗੱਲ ਸਿਆਣੀ ਇਹ ਆ, ਆਪ ਚਲੇ ਜਾਈਏ। ਦੂਏ ਦੇਸ਼ 'ਚ ਜਾਣ ਤੇ ਸਕਾਲਾ, ਫੌਜ ਤਾਂ ਸਾਡੀ ਹੀ ਸੀ ਇੱਥੇ, ਉਹਨਾਂ ਦਾ ਕੀ ਸੀ ਇੱਥੇ? ਇੱਕ DC ਉਹਨਾਂ ਦਾ, ਬਾਕੀ ਸਾਰੇ ਅਫਸਰ ਸਾਡੇ ਨੇ। SP ਉਹਨਾਂ ਦਾ, ਬਾਕੀ ਸਾਰੇ ਅਫਸਰ ਸਾਡੇ ਨੇ। ਸਿਪਾਹੀ ਸਾਡੇ ਨੇ, ਥਾਣੇਦਾਰ ਸਾਡੇ ਨੇ। ਉਹ ਕੀ ਕਰ ਲੂਗਾ? ਇਸ ਕਰਕੇ ਸਿਆਣੇ ਸੀਗੇ। ਉਹਨਾਂ ਨੇ ਕਿਹਾ ਬਈ ਇਹ ਤਾਂ ਫਿਰ ਇਹਦਾ ਸਿੱਕਾ ਚੱਲੂਗਾ, ਤੇਰਾ ਚੱਲਣਾ ਨਹੀਂ। ਪਰ ਗੱਲ ਠੀਕ ਸੀ, ਸੰਸਾਰ ਦੇ ਹਿਸਾਬ ਨਾਲ ਗੱਲ ਠੀਕ ਵੀ ਸੀ। ਰਾਜਾ ਤੇ ਟਿੱਪਣੀ ਕਰਦੇ ਹੀ ਹੈ ਗੁਰਬਾਣੀ, ਨਹੀਂ ਪੈ ਬੰਦੀ। ਇੱਥੇ ਆਊਗਾ, ਸਮਝਿਆ ਜਾਊਗੀ ਗੱਲ, ਜਿੱਥੇ ਸਾਬਤ ਹੁੰਦਾ ਵੀ ਇਹ ਬਾਗੀ ਆਦਮੀ। ਹਾਂਜੀ, ਮੇਰ ਕਰੋ ਤਿਨ ਤੇ ਮੋਹ ਜਾਹੇ, ਗਰੀਬ ਨਵਾਜ ਨਾ ਦੂਸਰ ਤੋਂ ਸੋ। ਤੇਰੇ ਵਰ ਤੋਂ ਬਿਨਾਂ ਹੋਰ ਐਸਾ ਗਰੀਬ ਨਵਾਜ ਕੌਣ ਹੁੰਦਾ? ਮੇਰੇ ਵਰਗੇ ਤਿਣਕੇ ਨੂੰ ਪਹਾੜ ਬਣਾ ਦੇਵੇ, ਪਹਾੜ ਬਣਾ ਕੇ ਖੜਾ ਕਰ ਦੇਵੇ ਹੁਕੂਮਤ ਦੇ ਸਾਹਮਣੇ। ਕਿੰਨੇ 22 ਧਾਰੀ ਰਾਜੇ ਨੇ, ਵਿੱਚ ਦਿੱਲੀ ਦੀ ਹੁਕੂਮਤ ਹੈ। 2 ਧਰਮ ਨੇ ਵੱਡੇ ਵੱਡੇ, ਇੱਕ ਹਿੰਦੂ ਧਰਮ ਹੈ, ਇੱਕ ਇਸਲਾਮ ਧਰਮ ਹੈ। ਵਿੱਚੇ ਹੀ ਜੋਗੀ ਨੇ, ਵਿੱਚੇ ਹੀ ਉਦਾਸੀ ਨੇ। ਇੱਕ ਪਾਸੇ ਸਾਰੀ ਪਬਲਿਕ ਆ ਗਈ, ਇੱਕ ਪਾਸੇ ਕੱਲਾ ਮੈਂ। ਸਾਰੇ ਹਿੱਲੇ ਪਏ ਨੇ ਸਾਰੇ, ਇਹ ਕੀ ਹੋਊਗਾ? ਇਹ ਸਾਰਿਆਂ ਵਾਸਤੇ ਖਤਰਾ ਹੋ ਗਿਆ, ਪਹਾੜੇ ਹੋ ਗਿਆ ਨਾ। ਹਾਂਜੀ, ਊੜ ਛਮੋ ਹਮਰੀ ਪ੍ਰਭ ਆਪਣ, ਭੁੱਲਨ ਹਾਰ ਕਹੂੰ ਕਉ ਮੋਸੋ। ਭੁੱਲ ਛਮੋ ਹੈ ਪ੍ਰਭੂ, ਜੇ ਮੇਰੇ ਕੋ ਭੁੱਲ ਹੋ ਗਈ ਹੋਵੇ ਤਾਂ ਤੂੰ ਛਮਾ ਕਰਦੀ, ਕਿਉਂ ਮੇਰੇ ਤੋਂ ਵੱਡਾ ਕੋ ਭੁੱਲਣ ਹਾਰ ਸੰਸਾਰ 'ਚ ਹੈ ਨਹੀਂਗਾ। ਇਹ ਕੌਣ ਕਹਿ ਸਕਦਾ? ਕੋਈ ਕਵੀ ਕਹਿ ਦੂ ਇਹ ਗੱਲ। ਭੁੱਲਨ ਹਾਰ ਕਹੂੰ ਕਉ ਮੋਸੋ, ਮੇਰੇ ਤੋਂ ਜ਼ਿਆਦਾ ਭੁੱਲਣ ਹਾਰ ਕੋਈ ਨਹੀਂ ਹੋ ਸਕਦਾ। ਜੇ ਕੋਈ ਮੇਰੇ ਤੋਂ ਗਲਤੀ ਹੋ ਜਵੇ, ਤੂੰ ਬੁਲਾ ਰਿਹਾ, ਮੈਂ ਬੋਲ ਰਿਹਾ, ਤੂੰ ਕਰਾ ਰਿਹਾ, ਮੈਂ ਕਰ ਰਿਹਾ, ਕਰਤਾ ਮੈਂ ਤੇਰੇ ਪਰ ਥਾਏ ਰਿਹਾ ਸਭ ਕੁਛ। ਕੋਈ ਗਲਤੀ ਵੀ ਹੋ ਸਕਦੀ ਹੈ, ਬੰਦਾ ਤੂੰ ਗਲਤੀ ਕਰਨੇ ਨਹੀਂ ਦੇਣੀ, ਪਰ ਜੇ ਹੋ ਜਵੇ ਤਾਂ ਤੂੰ ਭੁੱਲ ਮੇਰੀ ਛਮਾ ਕਰੀ। ਹਾਂ, ਸੇਵ ਕਰੀ ਤੁਮਰੀ ਤਿਨਕੇ, ਸਭ ਹੀ ਗ੍ਰਹਿ ਦੇਖੀਏ ਤਾਂ ਧਰਮ ਭਰੋਸੋ। ਸੇਵ ਕਰੀ ਤੂੰ ਵੀ, ਜਿਹਨੇ ਤੇਰੀ ਸੇਵਾ ਕੀਤੀ ਹੈ ਨਾ, ਨਿਰਾਕਾਰ ਦੀ ਸੇਵਾ ਕੀਤੀ ਹੈ, ਉਹਨਾਂ ਦੇ ਦੇਖਿਆ ਮੈਂ ਘਰ ਦੇ ਵਿੱਚ। ਤਿਨਕੇ ਸਭ ਹੀ ਗ੍ਰਹਿ ਦੇਖੀਏ ਤਾਂ ਧਰਮ ਭਰੋਸੋ। ਉਹਨਾਂ ਦੇ ਸਭ ਕੁਝ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ, ਨਾ ਨਾਮ ਧੰਦਾ ਨਾ ਦੂਏ ਧੰਦਾ। ਮਾਇਆ ਤਾਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਰਹੀ ਹੈ, ਨਦੀਆਂ ਸਿੱਧੀਆਂ ਤਾਂ ਉਹਨਾਂ ਦੇ ਪਿੱਛੇ ਪਿੱਛੇ ਦੀਆਂ। ਨਾਮ ਧੰਦਾ ਉਹਨਾਂ ਦੇ ਖਜ਼ਾਨੇ ਭਰਪੂਰ ਸੀ। ਮਾਇਆ ਤਾਂ ਵੇ ਦਾਸੀ ਹੋ ਜਾਂਦੀ ਹੈ ਨਾ ਭਗਤਾਂ। ਉਹਨਾਂ ਦੇ ਕਿਸੇ ਚੀਜ਼ ਦੀ ਮੈਂ ਨਹੀਂ ਕਮੀ ਦੇਖੀ, ਔਰ ਕਮੀ ਹੁੰਦੀ ਵੀ ਨਹੀਂ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਇਹ ਕਲਮ ਹੈ, ਇਸ ਯੁੱਗ ਵਿੱਚ ਸਭ ਕਾਲ ਕਿਰਪਾਨ ਕੇ, ਜਿੱਥੇ ਕਲਯੁਗ ਪ੍ਰਧਾਨ ਹੋਵੇ, ਜਿੱਥੇ ਪਾਪ ਪ੍ਰਧਾਨ ਹੋਵੇ, ਜਿੱਥੇ ਆਪਣੀ ਮਰਜ਼ੀ ਪ੍ਰਧਾਨ ਹੋਵੇ। ਕਲਯੁਗ ਕਹਿੰਦੇ ਨੇ ਜਿੱਥੇ ਮਰਜ਼ੀ ਪ੍ਰਧਾਨ ਹੋਵੇ ਆਦਮੀ ਦੀ।
ਜਿੱਥੇ ਆਦਮੀ ਦੀ ਆਪਣੀ ਮਰਜ਼ੀ ਪ੍ਰਧਾਨ ਹੈ, ਆਦਮੀ ਦਾ ਹੰਕਾਰ ਪ੍ਰਧਾਨ ਹੈ ਇਸ ਸਮੇਂ ਦੇ ਵਿੱਚ। ਸਭ ਕਾਲ ਕਿਰਪਾਨ ਕੇ, ਮੈਨੂੰ ਤਾਂ ਤੇਰਾ ਜਿਹੜਾ ਹੈ ਨਾ ਸਮਾਂ ਜੋ ਕਾਲ ਹੈ, ਹੁਕਮ ਹੈ, ਹੁਕਮ ਦੀ ਜਿਹੜੀ ਤਲਵਾਰ ਹੈ, ਹੁਕਮ ਹੱਥ ਹੈ, ਬਸ ਉਹਦਾ ਭਰੋਸਾ ਸਭ ਤੋਂ ਜ਼ਿਆਦਾ। ਮੈਨੂੰ ਕਿਸੇ ਤੇ ਹੋਰ ਭਰੋਸਾ ਨਹੀਂ। ਭਾਰੀ ਭੁਜਾਨ ਕੋ ਭਾਰੀ ਭਰੋਸਾ। ਤੇਰੀਆਂ ਭਾਰੀ ਭੁਜਾਵਾਂ ਤੇ ਭਰੋਸਾ ਮੈਨੂੰ। ਤੇਰੀ ਜਿਹੜੀ ਤਾਕਤ ਹੈ ਨਾ, ਮੈਨੂੰ ਤੇਰੀ ਤਾਕਤ ਤੇ ਭਰੋਸਾ, ਹੋਰ ਮੈਨੂੰ ਕਿਸੇ ਬੰਦੇ ਤੇ ਕਿਸੇ ਹੋਰ ਤੇ ਭਰੋਸਾ ਨਹੀਂ ਹੈ ਮੇਰਾ। ਕਿਸੇ ਦੇਵੀ ਦੇਵਤੇ ਤੇ ਭਰੋਸਾ ਨਹੀਂ ਹੈ ਮੇਰਾ। ਹੁਕਮ ਦੇ ਬਿਨਾਂ ਮੈਨੂੰ ਕਿਸੇ ਚੀਜ਼ ਤੇ ਭਰੋਸਾ ਹੀ ਨਹੀਂ ਕਰਨਾ। ਹੁਣ ਉਹ ਜਿਹੜਾ ਤੈਅ ਕਰਨਾ, ਇਹਦਾ ਮਤਲਬ ਹੈ ਪਹਿਲਾਂ ਗੁਰੂ ਨਾਨਕ ਵੀ ਹੋਇਆ, ਉਹਦੀ ਵੀ ਗੱਲ ਹੀ ਭਰੋਸੇ ਦੀ ਗੱਲ ਕੀਤੀ ਇੱਥੇ। ਹੋਰ ਵੀ ਪਹਿਲਾਂ ਗੁਰੂ ਹੋਏ ਨੇ, ਭਗਤ ਵੀ ਹੋਏ ਨੇ, ਕਿਸੇ ਦੇ ਆਦਮੀ ਦੇ ਭਰੋਸੇ ਦੀ ਗੱਲ ਨਹੀਂ ਕੀਤੀ ਹੋਈ ਇੱਥੇ। ਇਹੀ ਪੜ੍ਹਨ ਨੂੰ ਸਾਨੂੰ ਕਿਹਾ ਹੈ। ਉਹ ਫਿਰ ਕਿੱਥੋਂ ਦੀ ਆ ਬੜੇ, ਕਿਹੜੇ ਜਿਹੜੇ ਅਸੀਂ ਅਰਦਾਸਾਂ ਕਰਦੇ ਹਾਂ, ਇਹ ਕਿਹੜੀ ਚੋਰ ਬੋਰੀ ਸੀ ਬਾੜਿਆ ਤੇ ਅਸੀਂ ਸਭ ਕੁਛ ਜਿਹੜੀਆਂ ਅਸੀਂ ਅਰਦਾਸ ਕਰਦੇ ਉਹ ਕਿਸ ਚੋਰ ਬੋਰੀ ਸੀ ਬਾੜਿਆ ਉਹ ਸਭ ਕੁਛ। ਸੰਬੋਧਨ ਆਦਮੀ ਨੂੰ ਕਰਨ ਲੱਗੇ, ਚੋਰ ਬੋਰੀਆਂ ਤੇ ਬਾੜ ਲਿਆ ਉਹ ਬਾੜ ਲੈ, ਸਿੱਖ ਮਤ ਖਤਮ ਹੋ ਗਈ, ਖਾਲਸਾ ਮਤੇ ਖਤਮ ਹੋ ਗਈ, ਚੋਰ ਬੋਰੀਆਂ ਹੋ ਗਈਆਂ, ਸਭ ਕੁਛ ਆ ਵੜਿਆ ਵਿੱਚ। ਇੱਕੋ ਹੀ ਲਾਈਨ ਹੈ, ਇੱਕੋ ਹੀ ਲਾਈਨ, ਬਿਲਕੁਲ ਪੱਥਰ ਦਾ ਬੰਨ ਲਾਇਆ ਹੈ, ਕਿਸੇ ਬੰਦੇ ਤੇ ਕੋਈ ਭਰੋਸਾ ਨਹੀਂ ਹੈ। ਤੇ ਤਾਂ ਗੁਰੂ ਅਗੇ ਤਾਂ ਵਿਅਕਤੀ ਅਗੇ ਅਰਦਾਸ ਕਰਦੇ ਸੀ, ਇਹਨੇ ਤਾਂ ਕੀਤੀ ਨਹੀਂ। ਇਹੀ ਤੁਹਾਨੂੰ ਪੜ੍ਹਨ ਨੂੰ ਦੱਸਿਆ, ਭਾਰੀ ਭੁਜਾਣਗੇ ਭਾਰੀ ਭਰੋਸਾ। ਪੜ੍ਹਦੇ ਅਸੀਂ ਇਹ ਛੱਡ ਕੇ ਅਰਦਾਸ ਫਿਰ ਹੋਰ ਕਰਨ ਲੱਗ ਜਾਂਦੇ। ਸਭ ਚੋਰ ਬੋਰੀਆਂ ਨੇ। ਉੱਥੋਂ ਪਤਾ ਲੱਗਦਾ ਆਦਮੀ ਦੀ ਅਗਿਆਨਤਾ, ਲੋਭ ਹੈ ਜਾਂ ਭੈ ਹੈ। ਭੈ ਵਿੱਚ ਸਿੱਖਾਂ ਦੇ ਭੈ ਕਾਹਦੇ ਅਗਿਆਨਤਾ ਹੈ, ਗਿਆਨ ਹੈ ਨਹੀਂ ਭੈ ਤਾਂ। ਜਿੱਦਣ ਗਿਆਨ ਹੋ ਗਿਆ ਭੈ ਆਪੇ ਦੂਰ ਹੋ ਜੂਗੀ। ਮੇਰਾ ਭਰਮ ਗਿਆ ਭਉ ਭਰਮ ਨਾਲ ਅੱਟੇ ਪਏ ਨੇ, ਹੰਕਾਰ ਨਾਲ ਅੱਟੇ ਪਏ ਨੇ, ਭਰਮ ਨਾਲ ਅੱਟੇ ਪਏ ਨੇ ਸਿੱਖ। ਤਾਂ ਡਰਦੇ ਗੁਰੂਆਂ ਨਾਨਕ ਦਾ ਕਦੇ ਕਿਸੇ ਦਾ ਗੁਣ ਗਾਇਨ ਕਰਦੇ। ਉਹਨਾਂ ਨੇ ਨਹੀਂ ਕਿਹਾ ਕਰਿਓ, ਉਹਨਾਂ ਨੇ ਹਟਾਇਆ ਸੀ। ਜਿੰਨਾ ਜਿਹੜੇ ਕਰਦੇ ਰਹਿਣਗੇ ਭਰਮ ਜਾ ਨਹੀਂ ਸਕਦਾ ਇਹਨਾਂ ਦਾ, ਨਾ ਭੈ ਜਾਵੇ ਨਾ ਭਰਮ ਜਾਵੇ, ਕਿਸੇ ਦਾ ਵੀ ਨਹੀਂ ਜਾਣੋ। ਉਹ ਅਵਸਥਾ ਬਣਨੀ ਹੋਈ ਨਹੀਂ ਕਿਸੇ ਦੀ। ਅਵਸਥਾ ਉਹਨਾਂ ਵਰਗਾ ਹੀ ਬਣਨਾ ਅਵਸਥਾ ਬਣਨੀ ਹੈ ਜਿਹੇ ਉਹ ਨੇ, ਜੈ ਜਾ ਨਾਨਕਾ ਲੈਣਾ ਉਹੀ ਹੈ। ਨਾਨਕ ਅੰਗਦ ਕੋ ਬਪਤਰਾ, ਕੇ ਅੰਗਦ ਬਣੇ ਪਰ ਕੀ ਹੋਇਆ? ਤਾਂ ਅੰਗਦ ਨਾਨਕ ਦੀ ਪੂਜਾ ਕਰਦਾ, ਫਿਰ ਉਹ ਵੀ ਉਹਦਾ ਗੁਰੂ ਹੀ ਹੈ। ਜੇ ਉਹਨਾਂ ਨੇ ਕੀਤੀ ਅਸੀਂ ਕਿਉਂ ਕਰੀਏ? ਅਸੀਂ ਜੇ ਕਰਾਂਗੇ ਗੁਰਮਤਿ ਤੋਂ ਖਿਲਾਫ ਹੈ। ਇੱਥੇ ਲੀਹ ਤੋਂ ਉਧਰ ਜਾਂਗੇ, ਲੀਹ ਤੋਂ ਉਧਰ ਗਿਆ ਸਿੱਖ, ਹਿੰਦੂ ਬਣ ਗਿਆ। ਜਿਵੇਂ ਦੇਵੀ ਦੇਵਤਾ ਦੀ ਵਿਅਕਤੀ ਦੀ ਉਹ ਪੂਜਾ ਕਰਦੇ ਤੇ ਵਿਅਕਤੀ ਪੂਜ ਕੇ ਸਿੱਖ ਹੋ ਗਿਆ। ਅੱਜ ਨਹੀਂ ਖੜਾ ਉੱਥੇ ਜਿੱਥੇ ਖੜਾਇਆ ਸੀ, ਜਿੱਥੇ ਸਿੱਖ ਨੂੰ ਖਾਲਸੇ ਨੂੰ ਖੜਾਇਆ ਤਾਂ ਉੱਥੇ ਖੜਾ ਨਹੀਂ ਰਿਹਾ। ਸਭ ਕੁਝ ਉਹ ਗੰਦ ਆ ਵੜਿਆ, ਲੋਭ ਵੀ ਆ ਵੜਿਆ, ਮੋਹ ਵੀ ਆ ਵੜਿਆ, ਕ੍ਰੋਧ ਵੀ ਆ ਵੜਿਆ, ਹੋਵੇ ਵੀ ਆ ਵੜੀ, ਸਭ ਕੁਝ ਆ ਵੜਿਆ। ਵਫਾ ਨਹੀਂ ਸੀ ਜਿਹੜਾ ਟੁੱਟ ਗਿਆ। ਉਹ ਪੱਥਰ ਦਾ ਬੰਨ ਟੁੱਟ ਗਿਆ, ਹੁਣ ਚਿੱਕੜ ਲਾ ਕੇ ਨਹੀਂ ਇਹ ਗੱਲ ਬਣਨੀ। ਹੁਣ ਚਿੱਕੜ ਲਾ ਬੰਦ ਕਰਦੇ ਤੈਨੂੰ, ਚਿੱਕੜ ਨਾਲ ਨਹੀਂ ਬੰਦ ਹੁੰਦਾ ਪੱਥਰ ਦਾ। ਹੁਣ ਜੇ ਟੁੱਟ ਜਾਏ ਫਿਰ ਉਹਨੂੰ ਆ ਚਿੱਕੜ ਲਾਈਏ ਚੱਕ ਕੇ ਗੱਲਾਂ, ਇਹਦਾ ਨਹੀਂ ਬੰਦ ਹੁੰਦਾ ਪੱਥਰ ਦਾ ਬੰਨ। ਜੇ ਤਾਂ ਪੱਥਰ ਟੁੱਟ ਗਿਆ ਤੇ ਚਿੱਕੜ ਨਾ ਉਹ ਠੀਕ ਹੋ ਜਾਊਗਾ ਬੰਨ। ਚਿੱਕੜ ਲਾ ਕੇ ਬੰਨ ਨੂੰ ਰੋਕਣਾ ਚਾਹੁੰਦੇ ਨੇ, ਇਹ ਨਹੀਂ ਰੁਕਣਾ ਹੈਗਾ। ਹੁਣ ਸੁੰਭ ਨਸੁੰਭ ਸਕੋਟ ਨਸਾਚਰ, ਜਾਹੇ ਛਨੇਕ ਵਿਖੇ ਹਨ ਡਾਰੇ। ਸੁੰਭ ਨਸੁੰਭ ਵਰਗੇ ਜਿਹੜੇ ਸੀ ਨਿਸ਼ਾਚਰ, ਰੱਬ ਨੂੰ ਨਾ ਮੰਨਣ ਵਾਲੇ, ਕਿਸੇ ਵੀ ਮਤ ਨੂੰ ਨਾ ਮੰਨਣ ਵਾਲੇ, ਐਡੇ ਐਡੇ ਬੜੇ ਗਿਆਨਵਾਨ ਸੀ, ਨਿਰਭੈ ਸੀ। ਉਹ
ਨਹੀਂ ਮੰਨਦੇ ਵਿਸ਼ਨੂੰ ਦਾ ਭੈ ਹੋ, ਨਹੀਂ ਮੰਨਦੇ ਸ਼ਿਵ ਜੀ ਦਾ ਭੈ ਹੋ, ਤਾਂ ਸੂਰਮੇ ਕਿਹਾ ਉਹਨਾਂ ਨੂੰ। ਉਹਨਾਂ ਦਾ ਦੇਵੀ ਦੇਵਤਾ ਦੀ ਭੈ ਨਹੀਂ ਹੈ। ਸੂਰਮੇ ਦਾ ਮਤਲਬ ਇਹ ਹੈ ਜਿਹੜੇ ਦੇਵੀ ਦੇਵਤਿਆਂ ਦੀ ਭੈ ਮੰਨਦੇ ਨੇ, ਚਾਹੇ ਗੁਰੂਆਂ ਦੀ ਮੰਨਦੇ, ਕਾਇਰ ਨੇ, ਉਹ ਸੂਰਮੇ ਨਹੀਂ ਹਨ। ਕਾਇਰ ਨੇ ਡਰਪੋਕ ਨੇ, ਉਹ ਭੈ ਹੈ ਉਹਨਾਂ ਦੇ ਅੰਦਰ, ਭਰਮ ਹੈ ਉਹਨਾਂ ਦੇ ਅੰਦਰ। ਇਹਨਾਂ ਨੂੰ ਨਿਸਾਚਰ ਨੂੰ, ਇਹਨਾਂ ਨੂੰ ਜੋਧੇ ਤੰਗ ਹੈ, ਇਹਨਾਂ ਦੇ ਅੰਦਰ ਦੇਵੀ ਵਿਅਕਤੀ ਦੀ ਭੈ ਨਹੀਂ, ਵਿਅਕਤੀ ਨੂੰ ਰੱਬ ਨਹੀਂ ਮੰਨਦੇ। ਇਹ ਨਿਸਾਚਰ ਚੰਗੇ ਨੇ ਉਹਨਾਂ ਆਦਮੀਆਂ ਨਾਲ ਜਿਹੜੇ ਆਦਮੀ ਵਿਅਕਤੀ ਨੂੰ ਕੁਝ ਮੰਨਦੇ ਨੇ, ਚਾਹੇ ਉਹ ਧਾਰਮਿਕ ਨੇ। ਇਹਨਾਂ ਨੂੰ ਜੋਧੇ ਕਹਿੰਦੇ ਗਏ, ਜੋਧੇ ਜੈਟ ਬੁਲਾਰੇ ਦਿਸਣ ਕੇ ਕਹਤੇ ਗਏ, ਵਿਅਕਤੀ ਨੂੰ ਤਾਂ ਮੰਨਦੇ ਹੀ ਨਹੀਂ ਨਾ ਹੈ, ਵੀ ਵਿਅਕਤੀ ਹੋ ਨਹੀਂ ਸਕਦਾ। ਇਹਨਾਂ ਨੂੰ ਕਿਤੇ ਕਹੋ ਨੇ ਸਾਰਿਆਂ ਨੂੰ, ਚਾਹੇ ਉਹ ਕਹਿੰਦੇ ਰੱਬ ਹੈ ਨਹੀਂ। ਕਮ ਸੇ ਕਮ ਉਹਨਾਂ ਨੂੰ ਕਨਫੀਡੈਂਸ, ਆਪਣੇ ਆਪ ਤੇ ਕਨਫੀਡੈਂਸ ਹੈ, ਸੈਲਫ ਕੌਨਫੀਡੈਂਸ ਹੈ ਵੀ ਆਦਮੀ ਜਿਹੋ ਜਿਹਾ ਸੀ ਉਹ ਜਿਹਾ ਹੀ ਹੁੰਦਾ। ਬਹੁਤ ਬੜੀ ਗੱਲ ਹੈ, ਇਹੀ ਮੰਨਣਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਕਿਹਾ ਫਤਿਹ ਬੁਲਾਓ ਮੈਨੂੰ, ਮੱਥਾ ਨਹੀਂ ਟੇਕਣ ਕਿਸੇ ਨੂੰ, ਦਸਮ ਪਾਤਸ਼ਾਹ ਨੇ ਕਿਹਾ। ਇਹਦੇ ਨਾਲ ਹੀਣ ਭਾਰ ਪੈਦਾ ਹੁੰਦੀ ਹੈ, ਮੈਸੇਜ ਗਲਤ ਜਾਂਦਾ। ਤੁਸੀਂ ਆਪਣੇ ਆਪ ਨੂੰ ਨੀਵਾਂ ਸਮਝਦੇ ਹੋ। ਸਭ ਕੁਝ ਕਰਕੇ ਦੇਖ ਲਿਆ, ਪਰ ਇਹ ਨਹੀਂ ਹਟੇ। ਹਿੰਦੂਆਂ ਦੇ ਜੋ ਚੱਲੇ ਨੇ ਸਾਰੇ ਹੱਥਕੰਡੇ ਵਰਤ ਲਏ ਉਹਨਾਂ ਨੇ, ਸਾਰੀ ਬਾਹ ਲਾ ਲਈ, ਨਹੀਂ ਹਟੇ ਹਨ। ਅਸਲ 'ਚ ਹਿੰਦੂ ਨੇ, ਬੇਸਿਕ ਤੌਰ ਤੇ ਹਿੰਦੂ ਨੇ, ਹਿੰਦੂਆਂ 'ਚ ਜੰਮੇ ਹੋਏ ਨੇ, ਖੂਨ 'ਚੋਂ ਹਿੰਦੂ ਬਣੇ, ਯਾਦ ਨਹੀਂ ਰਿਹਾ ਹੈਗਾ ਉਹ। ਹਿੰਦੂ ਬਣਾ ਖੂਨ 'ਚੋਂ ਨਹੀਂ ਜਾ ਰਿਹਾ। ਅੰਗਰੇਜ਼ ਵੀ ਆਦਮੀ ਦੇ ਪੈਰੀਂ ਹੱਥ ਨਹੀਂ ਲਾਉਂਦਾ ਹੈ, ਪੋਪ ਦੇ ਪੈਰੀਂ ਹੱਥ ਨਹੀਂ ਲਾਉਂਦੇ। ਪੋਪ ਦੇ ਉਹ ਇੱਜ਼ਤ ਕਰਨੀ ਅਲੱਗ ਗੱਲ ਹੈ, ਇੱਜ਼ਤ ਵੀ ਨਹੀਂ ਕਰਦੇ ਉਹਨਾਂ ਨੇ। ਪੋਪ ਦੇ ਵੀ ਬਥੇਰੇ ਖਿਲਾਫ ਰਹੇ ਨੇ, ਜੇ ਪਖੰਡਵਾਦ ਕਰਦਾ ਸੀ। ਧਰਮ ਭਰੋਸੇ ਦਾ ਵਿਸ਼ਾ, ਸੱਚਾ ਧਰਮ ਹੋਊਗਾ ਤਾਂ ਭਰੋਸਾ ਕਰੂ। ਕੋਈ ਝੂਠ ਤੇ ਕੋਈ ਭਰੋਸਾ ਕਰਦਾ ਹੀ ਨਹੀਂ ਹੁੰਦਾ। ਝੂਠਾ ਧਰਮ ਸ਼ਰਧਾ ਦਾ ਵਿਸ਼ਾ, ਸੱਚਾ ਧਰਮ ਭਰੋਸੇ ਦਾ ਵਿਸ਼ਾ। ਗੁਰਬਾਣੀ ਭਰੋਸਾ ਕਰਨ ਨੂੰ ਕਹਿੰਦੀ ਹੈ। ਜਦ ਸਾਬਤ ਹੋ ਜਾਵੇ ਇਹ ਸੱਚ ਹੈ, ਫਿਰ ਭਰੋਸਾ ਕਰ ਹੁੰਦਾ। ਜਿੰਨਾ ਚਿਰ ਸਾਬਤ ਨਹੀਂ ਹੁੰਦਾ ਸੱਚ, ਉਹਨਾਂ ਚਿਰ ਸ਼ਰਧਾ ਰੱਖ ਸਕਦਾ ਆਦਮੀ, ਭਰੋਸਾ ਨਹੀਂ ਕਰ ਸਕਦਾ। ਤੇ ਝੂਠ ਦਾ ਸਾਬਤ ਕਰਦਾ ਨਹੀਂ ਕੁਛ। ਝੂਠ ਦਾ ਸਰਦਾ ਰਖਾਊਗਾ ਵੀ ਪੱਥਰ ਹੈਗਾ ਤੇ ਸਰਦਾ ਕਰ ਲੈ, ਇਹ ਚ ਮਿਲ ਜੂਗਾ। ਤੇ ਸ਼ਰਧਾ ਕਰੂਗਾ ਤੇ ਭਰੋਸੇ ਵਾਲੀ ਤਾਂ ਗੱਲ ਹੈ ਨਹੀਂ। ਭਰੋਸਾ ਸਾਬਤ ਕਰਦਾ ਉਹ ਕਰ ਦੂਗਾ। ਉਹ ਭਰੋਸੇ ਕੋਲ ਪ੍ਰੂਫ ਹੈ, ਮੈਥ ਹੈ ਭਰੋਸਾ। ਦੋ ਚਾਰ ਹੁੰਦੇ ਨੇ, ਚਾਰ ਹੁੰਦੇ ਨੇ, ਭਰੋਸਾ ਕਰਨਾ ਪਊਗਾ। ਦੋ ਚਾਰ ਹੁੰਦੇ ਨੇ, ਹੁੰਦੇ ਹੀ ਨੇ, ਭਰੋਸਾ ਕਰਨਾ ਪਊਗਾ। ਹੋਰ ਕੀ ਕਰਨਾ? ਸ਼ਰਧਾ ਦੀ ਕੀ ਲੋੜ ਹੈ? ਦੋ ਚਾਰ ਤੇ ਸ਼ਰਧਾ ਕਰਨ ਦੀ ਕੋਈ ਲੋੜ ਨਹੀਂ। ਚਾਰ 8 ਹੁੰਦੇ ਨੇ, ਭਰੋਸਾ ਕਰਨਾ ਹੀ ਪਊਗਾ। ਸ਼ਰਧਾ ਦੀ ਕੋਈ ਲੋੜ ਨਹੀਂ ਹੈ। ਇਸ ਕਰਕੇ ਗੁਰਬਾਣੀ ਤੇ ਸ਼ਰਧਾ ਦੀ ਲੋੜ ਹੈ ਕੋਈ ਨਹੀਂ ਹੈ, ਭਰੋਸੇ ਦੀ ਲੋੜ ਹੈ। ਭਰੋਸਾ ਹੈ ਨਹੀਂ ਤੇ ਵਿਸ਼ਵਾਸ ਹੈ ਨਹੀਂ, ਤੇ ਮੈਨੂੰ ਕੌਣ ਗੁਰਬਾਣੀ ਨੂੰ? ਜੇ ਵਿਸ਼ਵਾਸ ਹੈ ਨਹੀਂ ਹੈ ਗੁਰਬਾਣੀ ਤੇ, ਤਾਂ ਮੈਨੂੰ ਕੌਣ? ਵਿਸ਼ਵਾਸ ਬਿਨਾਂ ਗੁਰਬਾਣੀ ਮੰਨੀ ਨਹੀਂ ਜਾ ਸਕਦੀ। ਵਿਸ਼ਵਾਸ ਹੈ ਨਹੀਂ। ਔਰ ਜਿੱਥੇ ਸ਼ਰਧਾ ਹੋ ਉੱਥੇ ਲਾਲਚ ਵੀ ਹੁੰਦਾ। ਲਾਲਚ ਹੁੰਦਾ। ਉਹ ਸ਼ਰਧਾ ਵਾਲਾ ਧਰਮ ਝੂਠਾ ਹੁੰਦਾ, ਲਾਲਚ ਦਿੰਦਾ ਹੁੰਦਾ, ਲਾਲਚ ਵੀ ਝੂਠਾ ਹੁੰਦਾ। ਜਿਵੇਂ ਸਰਕਾਰਾਂ ਹੁਣ ਦਿੰਦੀਆਂ ਨੇ, ਤੁਹਾਡੀ ਫਲਾਣਾ ਮਾਫ ਕਰ ਦਾਂਗੇ, ਟਿਕੜਾ ਕਰ ਦਾਂਗੇ, ਸਾਨੂੰ ਵੋਟਾਂ ਦੇ ਦਿਓ, ਉਹ ਗੱਲ ਹੈ। ਤਾਂ ਬਾਜ ਦੇਣ ਚਾਹੇ ਨਾ ਦੇਣ, ਬਾਜ ਦੇਣ ਚਾਹੇ ਨਾ ਦੇਣ, ਇਹ ਤਾਂ ਵਾਅਦੇ ਨੇ ਝੂਠੇ। ਝੂਠੇ ਵਾਅਦੇ ਨੇ, ਝੂਠਿਆਂ ਦੇ ਝੂਠੇ ਵਾਅਦੇ ਹੁੰਦੇ ਨੇ। ਗੁਰਬਾਣੀ ਕੋਈ ਝੂਠਾ ਵਾਅਦਾ ਨਹੀਂ ਕਰਦੀ। ਉਹ ਕਹਿੰਦਾ ਤਨ ਜਾਏਗੋ, ਪਹਿਲਾਂ ਹੀ ਕਹਿ ਦਿੱਤਾ। ਕਬੀਰੇ ਤਨ ਜਾਏਗੋ ਕਪੜੇ ਮਾਰ ਕੇ ਲਾਏ। ਜੇ ਤੂੰ ਕਹੇ ਨਾ ਵੇ ਸਰੀਰ ਬਾਜੂ, ਜਿਹੜੀ ਮਰਜ਼ੀ ਦੁਕਾਨ ਭਾੜ ਲੈ ਜਾਊਗਾ, ਇਹ ਨਹੀਂ ਅਸੀਂ ਬਚਾਉਣਾ, ਇਹ ਨਹੀਂ ਬਚਦਾ ਹੁੰਦਾ। ਪਹਿਲਾਂ ਜਵਾਬ ਦੇ ਦਿੱਤਾ ਵੀ ਹੋਰ ਕੋਈ ਦੁਕਾਨ ਭਾੜ ਲੈ। ਸਿੱਧ ਕਹਿੰਦੇ ਤੈਨਾਂ ਸਾਡੇ ਸਰੀਰ ਪਹੁੰਚਾ ਦਾਂਗੇ। ਉਹਨਾਂ ਜਵਾਬ ਦੇ ਦਿੱਤਾ ਵੀ ਨਹੀਂ ਹੁੰਦਾ, ਇਹ ਹੁੰਦਾ ਹੀ ਨਹੀਂ ਹੁੰਦਾ। ਸ਼ਰਧਾ ਕਰਨ ਨੂੰ ਨਹੀਂ ਕਿਹਾ ਵੀ ਅਸੀਂ ਵੀ ਬਚਾ ਦਾਂਗੇ। ਇਹ ਨਹੀਂ ਕਹਿੰਦੇ, ਝੂਠ ਨਹੀਂ ਬੋਲਦੇ। ਸੱਚ ਰਹਿੰਦਾ ਨਹੀਂ ਜੇ ਝੂਠ ਬੋਲੇ। ਸੱਚ ਕੋਈ ਝੂਠ ਦਾ ਕੀ ਕੰਮ? ਝੂਠ ਵਾਸਤੇ ਕੋਈ ਜਗ੍ਹਾ ਨਹੀਂ ਹੈ।
ਗੁਰਬਾਣੀ ਝੂਠ ਵਾਸਤੇ ਕੋਈ ਜਗ੍ਹਾ ਨਹੀਂ ਹੈ, ਗੁਰਮਤਿ ਝੂਠੇ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ। ਕੂੜਿਆਰ ਜਾਏ ਬਾਏ ਕੂੜਿਆਰਾਂ ਪਾਸ, ਕੂੜਿਆਰ ਜਾਏ ਬਾਏ ਕੂੜਿਆਰਾਂ ਪਾਸ। ਕੂੜਿਆਰ ਤਾਂ ਕੂੜਿਆਰਾਂ ਕੋ ਜਾਣਗੇ। ਜੇ ਆ ਵੀ ਬਹਿੰਦੇ ਨੇ ਸੰਗਤ ਦੇ ਵਿੱਚ ਤਾਂ ਆਖਰ ਜਾਏ ਬਾਏ ਕੂੜਿਆਰਾਂ ਪਾਸ। ਕੂੜਿਆਰ ਕਦੇ ਭਰੋਸਾ ਨਹੀਂ ਕਰਦੇ ਹੁੰਦੇ ਕਿਸੇ ਚੀਜ਼ ਤੇ ਵੀ। ਸੱਚਿਆਰਿਆਂ ਨੇ ਭਰੋਸਾ ਕਰ ਲਿਆ। ਬੱਚੇ ਰੰਗੜਾ ਦਾ ਲੈ ਗਏ ਵੱਢ ਕੇ। ਉਹਨਾਂ ਨੇ ਕਿਹਾ ਸੀ ਵੀ ਜੇ ਅਸੀਂ ਆ ਗਏ ਭਾਈ ਵੱਢ ਕੇ ਤਾਂ 10 ਗ੍ਰੰਥ ਨੂੰ ਜਿਉਂਦਾ ਤੇ ਉਹ ਰਹਿਣ ਦਿਓ। ਉਹਨਾਂ ਨੇ ਮੰਨ ਲਿਆ ਵੀ ਉਹ ਲੈ ਗਏ ਵੀ ਗੁਰੂ ਦੀ ਕਰਾਮਾਤ ਸੀ ਬਈ, ਫੈਸਲਾ ਗੁਰੂ ਨੇ ਕਰਤਾ, ਠੀਕ ਹੈ। ਕੂੜਿਆਰ ਫੇਰ ਹਿੱਲ ਗਏ ਉਸ ਤੋਂ। ਅੱਜ ਕੂੜਿਆਰ ਨਹੀਂ ਹਿੱਲੇ ਹੋਏ ਨੇ। ਲੋ ਜੀ ਅਨਸਰ ਨੇ ਫਕਾਏ ਹੈ ਉਹ ਹੈ ਕੂੜਿਆਰ ਨੇ। ਕੂੜਿਆਰ ਭਰੋਸਾ ਕਰਦੇ ਹੀ ਨਹੀਂ ਹੁੰਦੇ ਕਿਸੇ ਚੀਜ਼ ਤੇ। ਉਹ ਜਿਹੜੇ ਸੱਚਿਆਰੇ ਸੀ ਉਹ ਭਰੋਸਾ ਕਰੀ ਬੈਠੇ ਨਹੀਂ ਜਾਂਦੇ। ਉਹਨਾਂ ਦੇ ਉੱਤੇ ਅਸਰੇ ਕੋਈ ਨਹੀਂ ਪੈ ਰਿਹਾ। ਜਿਹੜੀ ਗੱਲ ਦਾ ਇੱਕ ਵਾਰ ਫੈਸਲਾ ਹੋ ਚੁੱਕਿਆ, ਦੁਬਾਰਾ ਉਹਦਾ ਕਿੰਤੂ ਪ੍ਰੰਤੂ ਦਾ ਮਤਲਬ ਕੌਣ ਕਰਦੇ ਨੇ? ਕਿੰਤੂ ਪ੍ਰੰਤੂ ਜਿਹੜੇ ਕਰਦੇ ਨੇ ਉਹ ਗੁਰੂ ਵਾਲੇ ਹੋਣੇ ਨਹੀਂ। ਗੁਰੂ ਤੇ ਭਰੋਸਾ ਨਹੀਂ ਉਹਨਾਂ ਨੂੰ। ਫੈਸਲਾ ਤਾਂ ਗੁਰੂ ਨੇ ਕਰਾਇਆ ਸੀ। ਉਦੋਂ ਵੀ ਤਾਂ ਦੋ ਧੜੇ ਸੀ ਗਈ, ਉਹਨਾਂ ਨੇ ਮੰਨ ਲਿਆ। ਤੇ ਹੁਣ ਕੌਣ ਹੁੰਦਾ ਉਹਦੇ ਤੇ ਕਿੰਤੂ ਪ੍ਰੰਤੂ? ਕਿੰਤੂ ਪ੍ਰੰਤੂ ਕਰਨ ਵਾਲੇ ਜਿਹੜੇ ਬੰਦੇ ਨੇ ਉਹ ਕੂੜਿਆਰੇ ਨੇ, ਕੂੜਿਆਰਿਆਂ ਚੋਂ ਨੇ ਜੀ। ਫੇਰ ਉਹੀ ਖੜਾ ਕਰੀਏ। ਇਹ ਤਾਂ ਹੁੰਦਾ ਹੀ ਰਹੂਗਾ। ਕਿਸੇ ਨੂੰ ਰਾਜੀ ਕਰਨ ਦੀ ਲੋੜ ਨਹੀਂ ਸਾਨੂੰ। ਫੈਸਲਾ ਹੋਇਆ ਹੋਇਆ। ਹਾਂਜੀ। ਸੁੰਭ ਨ ਸੁੰਭ ਸੇ ਕੋਟ ਨ ਸਾਚਰ, ਜੈ ਸ਼ਨੇਕ ਵਿਖੇ ਹਨ ਡਾਰੇ। ਸੁੰਭ ਨੂੰ ਸੁੰਭ ਵਰਗੇ ਜਿਹੜੇ ਸੀ ਨਿਸ਼ਾਚਰ। ਕੋਟ ਨ ਸਾਚਰ, ਨਿਸ਼ਾਚਰ ਵੈਸੇ ਤਾਂ ਗਿਆਨੀ ਹੁੰਦੇ ਨੇ। ਜੈ ਸ਼ਨੇਕ ਨਿਸ਼ਾਚਰ ਕਹਿੰਦੇ ਨੇ ਜਿਹੜਾ ਰਾਤ ਨੂੰ ਹਨੇਰੇ 'ਚ ਤੁਰਨ ਵਾਲਾ ਹੋਵੇ। ਰਾਤ ਨੂੰ ਕਹਿੰਦੇ ਨੇ ਹਨੇਰੇ 'ਚ ਘੁੰਮਣ ਵਾਲਾ ਅਗਿਆਨੀ ਹੁੰਦੇ ਤਾਂ ਅਗਿਆਨੀ ਨੇ ਉਹ। ਪਰ ਇੱਕ ਗੱਲ ਤੇ ਦ੍ਰਿੜ ਹੁੰਦੇ ਨੇ, ਆਦਮੀ ਨੂੰ ਪਰਮੇਸ਼ਰ ਨਹੀਂ ਮੰਨਦੇ, ਰੱਬ ਨਹੀਂ ਮੰਨਦੇ। ਕਹਿੰਦੇ ਜੋ ਜਨਮ ਲੈਂਦਾ ਹੀ ਨਹੀਂ ਉਹ ਸਾਡੇ ਵਰਗਾ ਹੀ ਹੈ। ਫਿਰ ਉਹ ਤਾਂ ਫਿਰ ਅਸੀਂ ਕਿਉਂ ਨਹੀਂ ਜੇ ਉਹ ਹੈ? ਦੇਵਤੇ ਸੀ ਸਾਰੇ, ਪਾਵਰਾਂ ਸੀ ਆਪਣੇ ਆਪ ਨੂੰ। ਕਹਿੰਦੇ ਉਹਨਾਂ ਨੇ ਭਜਾਤੇ ਕੁੱਟ ਕੇ। ਕਹਿੰਦੇ ਲੈ ਦੇਖ ਲੈਨੇ ਪਾਵਰ ਕੀ ਚ। ਜੇ ਦੇਵਤੇ ਹੀ ਹਾਰ ਖਾ ਕੇ ਭੱਜ ਗਏ, ਉਹ ਕਹਿੰਦੇ ਫਿਰ ਤੁਹਾਡੇ ਨੂੰ ਤਾਂ ਅਸੀਂ ਤਕੜੇ, ਪਰ ਅਸੀਂ ਰੱਬ ਫੇਰ ਵੱਡੀਏ। ਆਪਣੇ ਆਪ ਨੂੰ ਨਹੀਂ ਕਹਿੰਦੇ। ਉਹ ਕਹਿੰਦੇ ਰੱਬ ਨੂੰ ਉਹਦੀ ਕੋਈ ਚੀਜ਼ ਹੁੰਦੀ ਹੋਈ ਨਹੀਂ। ਆਦਮੀ ਹੁੰਦੇ ਨੇ ਜੋ ਕੁਛ ਹੁੰਦੇ। ਸਾਨੂੰ ਵੀ ਕੋਈ ਭਜਾ ਸਕਦਾ ਕਿਉਂਕਿ ਕੁਦਰਤੀ ਪਾਵਰਾਂ ਮੰਨਦੇ। ਤਾਂ ਇਹਦੇ ਹੱਥ 'ਚ ਪਾਉਣ, ਇਹਦਾ ਪਾਉਣ, ਇਹਦੇ ਹੱਥ 'ਚ, ਇਹਦੇ ਬਸ ਦੇ ਵਿੱਚ ਜਾਲਾ ਦੇਵਤਾ ਨਾਲ ਲੀਲ ਫਲਾਨਾ। ਝੂਠ ਸੀ ਨਾ ਉਹ ਕੀਤਾ ਹੋਇਆ। ਝੂਠੀਆਂ ਪਾਵਰਾਂ ਸੀ ਬਣੀਆਂ ਹੋਈਆਂ। ਇਹਦੇ ਬਸ ਵਿੱਚ ਪਾਉਣ ਕਿੱਥੇ ਗਈ ਫਿਰ ਪਾਉਣ ਬਾਅਦ 'ਚ? ਝੂਠ ਸੀ ਸਾਰਾ ਇਹ। ਹਾਂ, ਜਦੋਂ ਆਇਆ ਸਾਹਮਣਾ ਪਿਆ ਨੂੰ ਕਿਹਦੇ ਨਾਲ? ਤੇਰੇ ਬੰਦੇ ਨਾਲ ਕਿਸੇ ਨਾਲ ਸਾਹਮਣਾ ਪਿਆ ਨਾ। ਤੇਰੇ ਨਾਲ ਸਾਹਮਣਾ ਪਿਆ ਜਦ ਤੂੰ ਹੀ ਪ੍ਰਗਟ ਹੋ ਗਿਆ ਆਪ ਕਿਸੇ ਦੇ ਰਾਹੀਂ। ਜਿਹੜੇ ਕਹਿੰਦੇ ਤੇ ਪ੍ਰਮਾਤਮਾ ਹੈ ਨਹੀਂ, ਕਹਿੰਦੇ ਤੇ ਉਹਨਾਂ ਨੂੰ ਮਨਾਉਣ ਖਾਤਰ ਤੂੰ ਪ੍ਰਗਟ ਹੋਇਆ ਆਪ। ਅਸਲ ਤਾਂ ਆਪਣੇ ਆਪ ਨੂੰ ਪ੍ਰਗਟ ਕੀਤਾ, ਕਿਸੇ ਦੀ ਮਦਦ ਨਹੀਂ ਕੀਤੀ। ਤੇਰੀ ਸ਼ਕਤੀ ਨੂੰ ਮੰਨਣ ਤੇ ਹਟ ਕੇ ਤਾਂ ਤੂੰ ਪ੍ਰਗਟ ਹੋਇਆ ਤੇ ਆਪਣੀ ਸ਼ਕਤੀ ਦਿਖਾਤੀ। ਜਦ ਤੈਂ ਆਪਣੀ ਸ਼ਕਤੀ ਪ੍ਰਗਟ ਕੀਤੀ, ਅਸਲ ਚੰਡੀ ਇਹਦੀ ਆਪਣੀ ਸ਼ਕਤੀ ਹੈ ਪਰਮੇਸ਼ਰ ਦੀ। ਤਾਂ ਕਹਿੰਦੇ ਸ਼ਿਵ ਸ਼ਕਤੀ ਆਪਾ ਪਾਏ ਕੇ ਕਰਤਾ ਆਪੇ ਹੁਕਮ ਕਰਤਾ ਹੈ। ਉਹ ਸ਼ਕਤੀ ਤੇ ਹੁਕਮ ਇਹਦਾ ਹੀ ਚੱਲਦਾ। ਤਾਂ ਕਹਿੰਦੀ ਹੈ ਸ਼ਕਤੀ ਜਿਉਂ ਤੂੰ ਚਲਾਏ ਤੇ ਚੱਲਣ ਸੋਭੀ। ਤਾਂ ਪਰਮੇਸ਼ਰ ਦੀ ਸ਼ਕਤੀ ਕੰਮ ਕਰਦੀ ਉਹਦੇ 'ਚ। ਤਾਂ ਹੀ ਤਾਂ ਕਹਿੰਦੇ ਨੇ ਉਤਲੀ ਪੰਕਤੀ 'ਚ ਮੇਰੇ ਵਰਗਿਆਂ ਨੂੰ ਪਹਾੜ ਬਣਾਤਾ। ਸ਼ਕਤੀ ਪਰਮੇਸ਼ਰ ਦੀ ਹੈ ਨਾ, ਉਧਰ ਪਹਾੜ ਨਹੀਂ ਹੈ, ਸ਼ਕਤੀ ਉਹਦੀ ਆਪਣੀ ਹੈ। ਜਿਹ ਪੈ ਗਈ ਸ਼ਕਤੀ ਪਹਾੜ ਆਪੇ ਬਣ ਗਿਆ। ਹਾਂ, ਜੈ ਛਨੇਕ ਵਿਖੇ ਇੱਕ ਛਿਣ ਦੇ ਛਿਣਕ 'ਚ ਥੋੜੇ ਜਿਹੇ ਮਿੰਟਾਂ ਸਕਿੰਟਾਂ 'ਚ ਬਣਾ ਲੈ ਬਣ। ਹਨ ਡਾਰੇ। ਹੁਣ ਡਾਰੇ ਕੀ ਬਣਾ ਲੈ ਬਣ। ਸਾਰੇ ਉਹਨਾਂ ਦੇ ਹੱਥ ਖੜੇ ਕਰਾ ਲਏ। ਹਾਂ,
ਧੂਮਰ ਲੋਚਨ ਚੰਡ ਉਹ ਮੁੰਡ ਸੇ ਮਾਹਕ ਸੇ ਪਲ ਬੀਚ ਨਿਵਾਰੇ। ਤੁਮਲ ਲੋਚਨ ਸੀ, ਚਾਂਡਾਰ ਮੁੰਡ ਸੀ ਗਏ, ਮਹਿਕ ਦੈਨ ਸੀ, ਇਹ ਸਾਰੇ ਅੱਗੇ ਨਾਂ ਆਏ ਹੋਏ ਨੇ ਚੰਡੀ ਚਰਿੱਤਰ, ਚੰਡੀ ਦੀ ਵਾਰ ਚ। ਪਲ ਬੀਚ ਨਿਵਾਰੇ, ਸੇ ਪਲ ਬੀਚ ਨਿਵਾਰੇ। ਪਲ ਵਿੱਚ ਹੀ ਇਹ ਨਵੇੜਤੇ ਸਾਰਿਆਂ ਦਾ ਭਰਮ ਦੂਰ ਕਰਤਾ। ਪਲ ਚ ਥੋੜਾ ਜਿਹਾ ਚਰਚੇ ਭਰਮ ਦੂਰ ਕਰਤਾ ਉਹਨਾਂ ਦਾ, ਉਹਨਾਂ ਨੂੰ ਉਹਨਾਂ ਦੇ ਆਤਮਾ ਦਾ ਦਰਸ਼ਨ ਕਰਾਤਾ ਵੀ ਸਰੀਰ ਚ ਕੁਝ ਬੋਲਦਾ ਕਿ ਨਹੀਂ ਬੋਲਦਾ, ਉਹ ਦੱਸੋ ਕੀ ਹੈ, ਉਹ ਦਿਖਾਓ ਕੀ ਹੈ। ਉਹਨਾਂ ਨੂੰ ਥੋੜਾ ਜਿਹਾ ਚਰਚਾ ਸਮਝਾਤਾ ਵੀ ਇਹ ਚੀਜ਼ ਹੁੰਦੀ ਹੈ। ਸਾਰਾ ਕੁਝ ਅੱਖਾਂ ਨੂੰ ਦਿਖਣ ਵਾਲਾ ਨਹੀਂ ਹੈ ਸੰਸਾਰ 'ਚ, ਬਹੁਤ ਕੁਝ ਹੈ ਜਿਹੜਾ ਅੱਖਾਂ ਨੂੰ ਵੀ ਨਹੀਂ ਦਿਖਦਾ, ਬਹੁਤ ਕੁਝ ਹੈ ਜਿਹੜਾ ਮਨੁੱਖੀ ਬੁੱਧੀ ਦੇ ਪਰੇ ਹੈ। ਆਜੋ ਚਾਮਰ ਸੇ ਰਣ ਚਿੱਛਰ ਸੇ ਤਿੱਛਰ ਸੇ ਝਟ ਦੇ ਝਜਕਾਰੇ। ਚਾਮਰ ਹੈਗਾ, ਚਿਛੜਾ ਸੁਰ ਹੈ, ਰਕਤ ਛਰ ਰਕਤ ਬੀਜ ਹੈ, ਸੇ ਝਟ ਦੇ ਝਜਕਾਰੇ। ਇਹ ਝਟ ਦੇ ਕੇ ਝਟਕ ਕੇ ਰੱਖਤੇ, ਝਿਜੋੜ ਕੇ ਰੱਖਤੇ। ਉਹ ਜਿਵੇਂ ਚੂਹੇ ਨੂੰ ਮਿਲਦਾ ਝਿਜੋੜ ਦਿੰਦੀ ਹੈ ਫੜ ਕੇ, ਐ ਝਿਜੋੜ ਤੇ ਚੁੱਪ ਕਰਕੇ ਬਾ ਉੱਥੇ ਖੜ ਗਏ ਵਿਚਾਰੇ। ਉਹ ਬਿੱਲਾ ਚੂਹੇ ਨੂੰ ਛੱਡਦਾ, ਮੂੰਹ 'ਚ ਇੱਕ ਵਾਰ ਐਂ ਕਰਕੇ ਐਂ ਕਰ ਦੇ, ਚੱਲ ਸਕ ਬੈਠਾ ਉੱਤੇ, ਝਿਜੋੜ ਕੇ ਰੱਖਤੇ। ਉਹ ਤਾਂ ਬਹੁਤ ਸਮਝਦੇ ਸੀ ਨਾ ਆਪਣੇ ਆਪ ਨੂੰ, ਉਹਨੇ ਝਿਜੋੜ ਤੇ ਦੋ ਵਾਰ, ਚਲੋ ਤੇ ਚੁੱਪ ਕਰਕੇ। ਹਾਂਜੀ, ਐਸੋ ਸੁ ਸਾਹਿਬ ਪਾਏ ਕਹਾਂ ਪਰਵਾਹ ਰਹੀ ਇਹ ਦਾਸ ਤਿਹਾਰੇ। ਆਹ ਹੈ ਗੱਲ ਪਹਾੜ ਦੀ। ਐਸਾ ਸਾਹਿਬ ਮੈਂ ਪਾ ਕੇ ਮੈਨੂੰ ਤੇਰੇ ਦਾਸ ਨੂੰ ਫੇਰ ਕਿਹਦੀ ਪਰਵਾਹ ਹੋਵੇ, ਸੰਸਾਰ 'ਚ ਬਾਗੀ ਹੈ, ਮੈਨੂੰ ਨੀ ਕਿਸੇ ਦੀ ਪਰਵਾਹ। ਉਹ ਤਾਂ ਕਹਿ ਰਹੇ ਨੇ ਦੇਵੀ ਦੇਵਤਿਆਂ ਦੀ ਪਰਵਾਹ, ਉਹ ਕਹਿ ਰਹੇ ਨੇ ਰਾਜੇ ਨੂੰ, ਕਹਿ ਰਿਹਾ ਵੀ ਰਾਜ ਦੀ ਕਿਸੇ ਦੀ ਪਰਵਾਹ ਨਹੀਂ। ਆਹ ਇਹ ਗੱਲ ਦਸਮ ਪਾਤਸ਼ਾਹ ਕਹਿ ਰਹੇ ਨੇ, ਇਹੋ ਜਿਹਾ ਸਾਹਿਬ ਜੇ ਮੈਨੂੰ ਮਿਲ ਗਿਆ ਤਾਂ ਮੈਨੂੰ ਹੁਣ ਕਿਹਦੀ ਪਰਵਾਹ ਹੈ, ਤੇਰੇ ਦਾਸ ਨੂੰ। ਹੁਣ ਉਹ ਤਾਂ ਕਹਿੰਦੇ ਰੰਗਜਮ ਨੂੰ ਵੀ ਤੈਨੂੰ ਚੈਲੰਜ ਹੈ, ਸਰਕਾਰ ਨੂੰ ਚੈਲੰਜ ਹੈ, ਦੇਵੀ ਦੇਵਤਿਆਂ ਨੂੰ, ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ, ਰਾਮਚੰਦਰ ਦੀ ਔਰ ਕ੍ਰਿਸ਼ਨ ਦੀ, ਇਹਨਾਂ ਦੀ। ਉਹ ਆਪਣਾ ਮਤਲਬ ਵਾਸਤੇ ਇਹਨੂੰ ਵਰਤ ਰਹੇ ਨੇ ਪੰਕਤੀ ਨੂੰ। ਆਹ ਹੈ ਗੱਲ ਬਾਗੀ ਹੈ, ਮੈਨੂੰ ਇਹਦੀ ਪਰਵਾਹ ਨਹੀਂ, ਇਹ ਤਾਂ ਬਗਾਵਤ ਹੈ। ਸਰਕਾਰ ਦੀ ਪਰਵਾਹ ਨਹੀਂ, ਫੌਜਾਂ ਰੱਖੀ ਬੈਠਾ, ਹਥਿਆਰ ਕੋਈ ਲਾਇਸੈਂਸ ਨਹੀਂ ਲੈਂਦਾ ਕਿਸੇ ਤੇ, ਆਪਣੇ ਹਥਿਆਰ ਬਣਾਉਂਦਾ, ਸਿਗਲੀਆਂ ਰੱਖੇ ਹੋਏ ਨੇ। ਇਹ ਤਾਂ ਫਿਰ ਬਾਗੀ ਹੋਈ ਹੈ। ਫਿਰ ਹੋਰ ਕੀ ਹੈ, ਨਗਾਰਾ ਰੱਖਿਆ, ਕਿਹਨੂੰ ਪੁੱਛ ਕੇ ਰੱਖਿਆ। ਸਰਕਾਰੀ ਸੰਸਾਰੀ ਰੰਗਤ ਦੇ ਦਿੱਤੀ, ਧਰਮ ਨੂੰ ਸੰਸਾਰੀ ਰੰਗਤ ਵਿੱਚ ਲੈ ਕੇ ਰੱਖ ਦਿੱਤਾ। ਉਹਦਾ ਰਾਜ ਨੇ ਚਾਹੂ ਮੁਕਤਣਾ ਚਾਹੂਗਾ ਨਾ, ਉਹ ਜੀ ਇਹਦਾ ਉੱਤੋਂ ਤੋਂ ਕਹਿਣ ਦੀਆਂ ਗੱਲਾਂ ਨੇ, ਵਿੱਚੋਂ ਦੇਖੋ ਅਸਲੀ ਕੀ ਹੈ, ਮੂਹਰੇ ਕੀ ਹੈ। ਹੁਣ ਆਦਮੀ ਨੂੰ ਤਾਂ ਮੂਹਰੇ ਦਿੰਦੇ, ਜੋ ਪ੍ਰੈਕਟੀਕਲ ਉਹੀ ਦਿਖੂਗਾ। ਸਰਕਾਰਾਂ ਨੂੰ ਤਾਂ ਇਹੀ ਕੁਝ ਦਿੰਦਾ ਹੁੰਦਾ, ਸਰਕਾਰਾਂ ਨੂੰ ਉਹੀ ਕੁਝ ਦਿੰਦਾ ਹੁੰਦਾ। ਹੁਣ ਵੀ ਜੇ ਹੋਵੇ, ਹੁਣ ਵੀ ਕੋਈ ਸਰਕਾਰ ਹੋਵੇ, ਪੁਲਿਸ ਹੋਵੇ, ਇਹੀ ਕੁਝ ਦਿਖੂਗਾ। ਸਰਕਾਰਾਂ ਨੂੰ ਇਹੀ ਕੁਝ ਦਿੰਦਾ ਹੁੰਦਾ। ਇਹ ਕਾਰਨ ਸੀ ਇੰਨਾ ਨਿਰਭੈ ਹੋ ਕੇ ਬੋਲਣਾ। ਕਿਹਾ ਗੁਰੂ ਨਾਨਕ ਨੇ ਵੀ ਹੈ, ਪਰ ਆਹ ਨਹੀਂ ਗੱਲ ਕਹੀ ਹੈ। ਉਹ ਕਹਿੰਦੇ ਸੀ ਨਾ, ਅਸੀਂ ਇਹਨਾਂ ਦਾ ਜਿਹੜਾ ਪਿਓ ਸੀ ਬਗਾਵਤ ਕਰ ਰਿਹਾ ਦਿੱਲੀ ਦੇ ਆਲੇ ਦੁਆਲੇ, ਆਹ ਦੇਖ ਲਓ ਉਹਦਾ ਹੀ ਮੁੰਡਾ। ਕਹਿੰਦੇ ਰਹੇ ਨਾ, ਅਸੀਂ ਕੀਤਾ ਸੀ ਨਾ, ਉੱਥੇ ਕੈਦ ਕਰਕੇ ਰੱਖਿਆ ਸੀ, ਆਹ ਦੇਖ ਲਓ ਉਹਦਾ ਹੀ ਮੁੰਡਾ। ਦੇਖ ਲਓ ਆ ਗਿਆ ਨਾ ਸਾਹਮਣੇ। ਉਹਦੇ ਕੋਲ ਤਾਂ ਫੌਜਾਂ ਨਹੀਂ ਦੇਣੇ, ਫੌਜਾਂ ਵੀ ਰੱਖ ਲਈ, ਕਿਉਂਕਿ ਪਿੱਛੋਂ ਗੱਲ ਆ ਜੁੜ ਗਈ, ਗੱਲ ਮੰਨਣੀ ਪਈ ਵੀ ਗੱਲ ਤਾਂ ਠੀਕ ਹੈ। ਉਹ ਵੀ ਕਰਦਾ ਰਿਹਾ ਸੀ, ਇਹਨੇ ਐਲਾਨ ਕਰਤਾ। ਜਿਹੜੇ ਬੰਦੇ ਜੁੜੇ ਨੇ ਸਾਰੇ ਕਿਸੇ ਵਾਸਤੇ ਵੀ ਉੱਠ ਖੜੇ, ਇਹ ਤਾਂ ਬਿਪਤਾ ਖੜੀ ਕਰ ਦੂ ਸਾਨੂੰ। ਉਹ ਸ਼ੰਕਾ ਪੈਦਾ ਹੋ ਗਈ, ਰਾਜ ਨੂੰ ਸ਼ੰਕਾ ਖਤਰਾ ਪੈਦਾ ਹੋ ਗਿਆ। ਭਾਈਦਾਰੀਆਂ ਨੇ ਕਰਤਾ ਖੜਾ ਖਤਰਾ ਵੀ ਸਾਨੂੰ ਤਾਂ ਕੱਲੇ ਕੱਲੇ ਨੂੰ ਜਾਂ ਮਰਜੀ ਜਿੱਤ ਲਵੇ, ਜਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਹਰਾਤਾ, ਅਸੀਂ ਫਿਰ ਇਹਦੇ ਨਾ ਹੋ ਜਾਂਦੇ ਹਾਂ ਵੀ ਤੁਸੀਂ ਇਹਦੇ ਨਾਲ ਟੱਕਰ ਲੈ ਲਿਓ, ਅਸੀਂ ਤੁਹਾਨੂੰ ਛੱਡ ਜਾਂਦੇ। ਫਿਰ ਨਾ ਕਿਉਂ ਕੱਲ ਨੂੰ ਦੱਸਿਆ ਨਹੀਂ, ਅਸੀਂ ਤਾਂ ਸਰੈਂਡਰ ਕਰ ਜਾਂਦੇ ਇਹਦੇ ਮੂਹਰੇ। ਇਹ ਵੀ ਇੱਕ ਮਸਲਾ ਸਰਕਾਰ ਮੂਹਰੇ।
ਜੇ ਹੁਣ ਕੋਈ ਸੂਬਾ ਕਹਿ ਦੇਵੇ, ਹੁਣ ਕਸ਼ਮੀਰੀ ਕਹਿ, ਜਿਵੇਂ ਰੌਲਾ ਚੱਲਦਾ ਵੀ ਅਸੀਂ ਤਾਂ ਜੀ ਕੁਝ ਕਹਿੰਦੇ ਨੇ ਵੀ ਆਜ਼ਾਦ ਹੋਣਾ ਆ, ਪਾਕਿਸਤਾਨ ਵੱਲ ਲੜਨਾ, ਸਰਕਾਰ ਨੂੰ ਖਤਰਾ ਨਹੀਂ ਉਹਨਾਂ ਤੇ, ਸਰਕਾਰਾਂ ਨੂੰ ਖਤਰੇ ਹੁੰਦੇ ਹੀ ਨੇ, ਚਾਹੇ ਉਹ ਥੋੜੇ ਆਦਮੀ ਨੇ। ਪਰ ਇੱਥੇ ਤਾਂ ਰਾਜਾ ਹੀ ਕਹਿ ਰਹੇ ਨੇ, ਖੁਦ ਰਾਜਾ ਹੀ ਇਹ ਕਹਿੰਦਾ ਮੈਂ ਸਰੈਂਡਰ ਕਰ ਜਾਂਦਾ ਇੱਧਰ, ਸਾਰੇ ਹੀ ਜੇ ਮੈਂ ਕਹੂੰ ਫਿਰ ਉਵੇਂ ਕਰਨ ਲੱਗ ਜਾਂਦੇ ਅਸੀਂ, ਫਿਰ ਤਾਂ ਖਤਰਾ ਪੈਦਾ ਹੋ ਗਿਆ ਸੀ। ਪਰ ਇਹ ਇਹੋ ਜਿਹਾ ਇਲਾਕਾ ਜਿੱਥੇ ਜਿੱਤਿਆ ਵੀ ਨਹੀਂ ਜਾ ਸਕਦਾ ਸੀ ਸਰਕਾਰ ਤੋਂ, ਪਹਾੜੀ ਇਲਾਕਾ ਹੈ। ਅਫਗਾਨਿਸਤਾਨ 'ਚ ਕੀ ਮਸਲਾ, ਪਹਾੜੀ ਇਲਾਕਾ, ਮੈਦਾਨੀ ਇਲਾਕੇ ਤਾਂ ਖੜਦਾ ਵੀ ਨਹੀਂ ਹੁੰਦਾ, ਮੈਦਾਨੀ ਇਲਾਕੇ 'ਚ ਨਹੀਂ ਜੰਗ ਕਰ ਸਕਦੇ ਹੁੰਦੇ। ਉਧਰ ਕੀ ਸੀ, ਪਹਾੜ, ਸ਼ਿਵਾਜੀ ਔਰ ਦੱਖਣ 'ਚ ਪਹਾੜੀ ਇਲਾਕਾ। ਹੁਣ ਜਿੱਥੇ ਆਏ ਨੇ ਫਿਰਦੇ, ਮਤਲਬ ਮਾਓਵਾਦੀ ਪਹਾੜੀ ਇਲਾਕਾ ਹੈ ਨਾ, ਜੰਗਲਾਤ ਹੈ ਨਾ, ਉੱਥੇ ਹੀ ਸੀ ਇਹ ਦੱਖਣ ਦੇ ਵਿੱਚ ਉਦੋਂ ਵੀ। ਉਹ ਇਲਾਕਾ ਹੀ ਹੈ, ਉਹ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਚੱਲਣਾ ਪਊਗਾ। ਉੱਥੇ ਸਿਆਸੀ ਗੱਲਾਂ ਸੀਆਂ, ਕੁਛ ਮਜਬੂਰੀਆਂ ਸੀਆਂ ਸਰਕਾਰ ਦੀਆਂ, ਚਾਹੇ ਸਰਕਾਰ ਨਹੀਂ ਸੀ ਚਾਹੁੰਦੀ। ਮਜਬੂਰੀਆਂ ਕਿਹਨੇ ਪੈਦਾ ਕੀਤੀਆਂ ਸੀ? ਮਜਬੂਰੀਆਂ ਫੜਤ ਰਹੇ ਰਵਾਇਦਾਰੀਆਂ ਨੇ। ਰਾਜਸਥਾਨ ਦੇ ਵੀ ਸਾਰੇ ਉਹ ਨੇ, ਹਿੰਦੂ ਨੇ ਰਾਜੇ, ਇਹ ਰਲ ਗਏ, ਉਹ ਵੀ ਰਲ ਗਏ। ਉਹ ਤਾਂ 6ਵੇਂ ਪਾਤਸ਼ਾਹ ਨੇ ਉਹ ਸਾਰੇ ਛਡਾਏ ਸੀ, ਦੱਖਣ ਵਾਲੇ 52 ਰਾਜੇ, ਇਹ ਸਾਰੀਆਂ ਰਿਆਸਤਾਂ ਇਹਦੇ ਨਾਲ ਰਲ ਗਈਆਂ। ਸਾਡਾ ਤਾਂ ਫੱਟੀ ਪੁੱਜੂਗੀ। ਇਹ ਗੱਲ ਸੀ ਜਿਹਦੇ ਖਾਤਰ ਸੈਂਟਰਲ ਗਵਰਨਮੈਂਟ ਨੂੰ ਵੀ ਇੱਕ ਸਟੈਪ ਲੈਣਾ ਪਿਆ ਨਾਲ। ਸ਼ਰਾਰਤ ਸੀ ਪੰਡਤ ਦੀ, ਕਿਉਂਕਿ ਧਰਮ ਚੱਲਦਾ ਸੀ। ਹੁਣ ਉਹਨਾਂ ਨੇ ਦੇਖਿਆ ਵੀ ਹੁਣ ਕੋਈ ਸਾਡੀ ਬਚਾਓ ਨਹੀਂ ਹੈ, ਇਸੇ ਕਰਕੇ ਬਾਅਦ ਦੇ ਵਿੱਚ ਉਹ ਕੌਣ ਹੈ? ਖਤਰੀ ਹੈ। ਉਹ ਜਿਹਨੇ 80 ਰੁਪਏ ਸਿੱਖ ਦੇ ਸਿਰ ਦੇ ਮੁੱਲ ਪਾਏ ਨੇ, ਉਹ ਤਾਂ ਖਤਰੀ ਹੈ। ਫਿਰ ਉਹ ਤਾਂ ਮੁਸਲਮਾਨ ਹੈ ਨਹੀਂ। ਜਸਪਤ ਲਖਪਤ ਕੌਣ ਨੇ? ਕਹਿੰਦਾ ਇੱਕ ਖਤਰੀ ਨੇ ਧਰਮ ਪੈਦਾ ਕੀਤਾ, ਦੂਆ ਖਤਰੀ ਖਤਮ ਕਰੂਗਾ। ਉਹੀ ਹੈ ਨਾ, ਪਲਾਨਡ ਪ੍ਰੋਗਰਾਮ ਨੇ ਖਤਮ ਕੀਤਾ ਹੈ ਇਹਨਾਂ ਨੇ। 80 ਰੁਪਏ ਮੁੱਲ ਪਾ ਕੇ ਜਿੰਨੇ ਗੁਰਮਤ ਜਾਣਦੇ ਤੇ ਸਭ ਸ਼ਹੀਦ ਕਰਤੇ। ਗੁੜ ਕਹਿਣ ਤੇ ਵੀ ਪਾਬੰਦੀ ਲਾਤੀ। ਪ੍ਰਚਾਰ ਦੂਆ ਕਰਤਾ ਸ਼ੁਰੂ, ਕ੍ਰਾਂਤੀ ਵਾਲੇ ਪ੍ਰਚਾਰ ਵੀ ਸ਼ੁਰੂ ਕਰਤਾ ਪੰਡਤ ਵਾਲਾ। ਸਾਡੇ ਕੋਲ ਜੋ ਪ੍ਰਚਾਰ ਆ ਰਿਹਾ ਹਿੰਦੂ ਮਤ ਤੋਂ ਵਾਲਾ ਪ੍ਰਚਾਰ ਹੈ ਅੱਜ, ਅਰਥ ਵੀ ਉਹਨਾਂ ਨੇ ਕਰਵਾਏ ਨੇ। ਬਾਅਦ ਦੇ ਵਿੱਚ ਸਾਡੇ ਜਿਹੜੇ ਬੰਦੇ ਸੀ ਰਾਜੇ ਮਿਸਰਾਂ ਵਾਲੇ, ਉਹ ਵੀ ਰਲ ਗਏ ਉਹਨਾਂ ਨੂੰ, ਉਹਨਾਂ ਨੇ ਰਾਜ ਕਰਨਾ ਸੀ। ਇਹ ਜੋ ਪ੍ਰਚਾਰ ਅੱਜ ਸਾਡੇ ਕੋਲ ਹੈ, ਇਹ ਤਾਂ ਉਹੀ ਹੈ ਜੋ ਹਿੰਦੂ ਮਤ ਵਾਲਾ ਹੈ। ਜੇ ਇਹਦੇ ਅਰਥ ਠੀਕ ਕਰਦੇ ਆ, ਫਿਰ ਇਹ ਅਰਥ ਠੀਕ ਹੋਏ ਤੇ ਉਹਦੇ ਵਾਲੇ ਅਰਥ ਹੋਣੇ ਨੇ। ਜੇ ਦਸਵਰਾਂ ਦੇ ਅਰਥ ਠੀਕ ਹੋ ਜਾਂਦੇ ਨੇ, ਇਹਦੇ ਅਰਥਾਂ ਨੂੰ ਕੋਈ ਬਹੁਤੀ ਗੱਲ ਨਹੀਂ ਹੈ ਠੀਕ ਹੋਣ ਨੂੰ। ਠੀਕ ਚੰਡੀ ਵਾਲੇ ਅਰਥ ਸੀ ਜ਼ਿਆਦਾ, ਹੋਰ ਕੋਈ ਝਗੜੇ ਵਾਲੀ ਗੱਲ ਨਹੀਂ। ਉਹ ਉੱਥੇ ਭਰੇਖਾ ਪੈਂਦਾ ਸੀ, ਇਹਨਾਂ ਨੂੰ ਪਤਾ ਨਹੀਂ ਵੀ ਜੰਗ ਕੀ ਹੈ, ਉਹ ਹੈ ਚੰਡੀ ਯਾਰ ਦੁਰਦਾਲੀ ਉਹ ਗੱਲ ਹੈ, ਹੋਰ ਤਾਂ ਕੋਈ ਨਹੀਂ। ਬਾਕੀ ਤਾਂ ਸਭ ਕਲੀਅਰ ਹੈ। ਤੀਰਿਆ ਜਿਹੜੇ ਧਰਮ ਦਾ ਰੌਲਾ ਪਾਈ ਜਾਵੇ, ਧਰਮ ਦਾ ਹਿੱਸਾ, ਸਾਰੇ ਧਰਮ ਦਾ ਹਿੱਸਾ, ਇਹਨਾਂ ਨੂੰ ਪਤਾ ਨਹੀਂ ਹੈ। ਜਿਹਨਾਂ ਨੂੰ ਧਰਮ ਦਾ ਗਿਆਨ ਨਹੀਂ, ਜੋ ਮਰਜੀ ਕਹੀ ਜਾਣ। ਤੀਰਿਆ ਚਰਿੱਤਰ ਧਰਮ ਦਾ ਹੀ ਹਿੱਸਾ ਹੈ, ਜਿਹੜਾ ਕੰਪਲੀਟ ਧਰਮ, ਜਿਹਨੂੰ ਅਸੀਂ ਕੰਪਲੀਟ ਧਰਮ ਕਹਾਂਗੇ, ਉਹਦਾ ਹਿੱਸਾ ਤੀਰਿਆ ਚਰਿੱਤਰ ਹੈ, ਰਹੂਗਾ। ਕੋਕ ਉਹਦਾ ਹਿੱਸਾ ਰਹੂਗਾ, ਹਮੇਸ਼ਾ ਹੀ ਰਹੂਗਾ। ਕੋਈ ਤਿੰਨ ਲੋਕ ਦਾ ਗਿਆਨ ਹੁੰਦਾ, ਜੰਮਣਾ ਪਹਿਲਾਂ ਮਰਨਾ ਬਾਅਦ ਚ, ਉਹ ਨਹੀਂ ਜਾ ਸਕਦਾ। ਉਹ ਤਾਂ ਹਮੇਸ਼ਾ ਹੀ ਰਿਹਾ। ਬਲਕਿ ਕੱਲੇ ਬਾਮ ਮਾਰ ਗਏ ਹੋਏ ਨੇ, ਕੱਲਾ ਹੀ ਬਾਮ ਮਾਰ ਗਿਆ ਇੱਕ ਧਰਮ ਹੋਇਆ। ਸਿਰ ਬਾਮ ਇਹਦੇ ਤੇ ਹੀ, ਕੋਖ ਦੇ ਉੱਤੇ ਇਹਦਾ ਅਰਥ ਧਰਮ ਹੈ, ਜਿਸ ਮੂਰਤੀਆਂ ਨੇ ਰੰਗੀਆਂ। ਉਹ ਦੂਆ ਬਰਮ ਗਿਆਨ ਉਹਨਾਂ ਕੋਲ ਹੈ ਉਹ ਨਹੀਂ, ਉਹਦੇ ਤੇ ਹੀ ਧਰਮ ਰੱਖਿਆ ਹੋਇਆ। ਉਹ ਗਲਤ ਹੈ।
ਉਹ ਗਲਤ ਹੈ, ਉਹਨੂੰ ਨਹੀਂ ਮੰਨਦੇ, ਗੁਰਬਾਣੀ ਨਹੀਂ ਮੰਨਦੇ। ਕੰਪਲੀਟ ਧਰਮ ਦੇ ਵਿੱਚ ਉਹਨਾਂ ਦਾ ਵੀ ਇੱਕ ਪੈਰ ਹੈ। 4 ਪੈਰ ਨੇ ਜਿਹੜੇ ਧਰਮ ਦੇ ਨੇ, 4 ਪੈਰ। ਜਿਵੇਂ 4 ਪੈਰ ਸਾਡੇ ਬੰਦੇ, ਅਸੀਂ ਪ੍ਰੈਸ ਦਾ ਇੱਕ ਪੈਰ ਹੈ। ਵੀ ਪ੍ਰੈਸ ਹੈ ਜਿਹੜੀ ਸਾਡੀ, ਉਹ ਹਕੂਮਤ ਦੇ ਵਿੱਚ, ਉਹਦਾ ਵੀ ਇੱਕ ਡੈਮੋਕ੍ਰੇਸੀ ਦੇ ਵਿੱਚ ਪੈਰ ਹੈ। ਪ੍ਰੈਸ ਖਰਾਬੀਆਂ ਕਿੰਨੀਆਂ ਨੇ ਪ੍ਰੈਸ ਦੇ ਵਿੱਚ, ਸ਼ਰਾਰਤ ਕਿੰਨੀ ਕਰਦੇ ਪ੍ਰੈਸ ਵਾਲੇ, ਨੁਕਸਾਨ ਕਿੰਨਾ ਕਰਦੇ ਨੇ। ਪ੍ਰੈਸ ਹੀ ਹੈ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਨੇ ਜਿਹਦੇ ਥਰੂ। ਸ਼ਰਾਰਤ ਵੀ ਸਭ ਤੋਂ ਜ਼ਿਆਦਾ ਪ੍ਰੈਸ ਦੇ ਥਰੂ ਹੁੰਦੀ ਹੈ। ਮਿਸਯੂਜ਼ ਵੀ ਪ੍ਰੈਸ ਵਾਲੇ ਹੀ ਕਰਦੇ ਨੇ। ਚੰਗੀਆਂ ਭਲੀਆਂ ਹਕੂਮਤਾਂ ਨੂੰ ਪੈਸੇ ਲੈ ਕੇ ਆ ਹਿਲਾ ਦਿੰਦੇ ਨੇ ਜਿਹੜਾ ਪ੍ਰੈਸ ਵਾਲੇ। ਬਲੈਕਮੇਲਿੰਗ ਵੀ ਪ੍ਰੈਸ ਵਾਲੇ ਬਹੁਤ ਕਰਦੇ ਨੇ, ਕਿਉਂਕਿ ਪਰਸਨਲ ਹੈ ਨਾ ਪ੍ਰੈਸ ਸਾਰਿਆਂ ਦੀ ਆਪਣੀ ਆਪਣੀ। ਇਹ ਜਿਹੜਾ ਕੋਕ ਵਾਲਾ ਪਾਸਾ, ਇਹ ਵੀ ਪ੍ਰੈਸ, ਇਹ ਵੀ ਕਮਜ਼ੋਰ ਹੈ ਪ੍ਰੈਸ ਵਾਂਗੂ। ਇਹ ਪਾਸਾ ਕਮਜ਼ੋਰ ਜ਼ਿਆਦਾ ਹੈ, ਫਾਇਦਾ ਇਹਦਾ ਘੱਟ ਹੈ, ਨੁਕਸਾਨ ਜ਼ਿਆਦਾ। ਇਸ ਕਰਕੇ ਨੁਕਸਾਨ ਵਾਲਾ ਪਾਸਾ ਹੀ ਦਿਖਾਇਆ ਹੋਇਆ ਇਹਦਾ ਨੁਕਸਾਨ ਵਾਲਾ ਪਾਸੇ ਦਿਖਾਇਆ ਵੀ ਇਹਦਾ ਨੁਕਸਾਨ ਹੈ। ਇਹ ਠੀਕ ਹੈ, ਨਹੀਂ ਸਰਦਾ ਸੰਸਾਰ ਦਾ ਉਤਪਤੀ ਵਾਸਤੇ ਨਹੀਂ ਸਰਦਾ। ਪਰ ਜੇ ਇਸ ਪੱਖ ਨੂੰ ਇਕੱਲੇ ਨੂੰ ਲੈ ਲਈਏ ਤਾਂ ਇਹਦਾ ਨੁਕਸਾਨ ਹੈ। ਨੁਕਸਾਨ ਇਹੀ ਤਾਂ ਸਾਨੂੰ ਫਸਾਉਣ ਵਾਲੀ ਚੀਜ਼ ਹੈ ਸੰਸਾਰ 'ਚ। ਇਹਦੇ ਬਿਨਾਂ ਸਰਦਾ ਨਹੀਂ, ਪਰ ਇਹ ਤੋਂ ਬਚ ਕੇ ਵੀ ਰਹਿਣ। ਮਾਇਆ ਬਿਨਾਂ ਸਰਦਾ ਨਹੀਂ, ਪਰ ਮਾਇਆ ਤੋਂ ਬਚ ਕੇ ਵੀ ਰਹਿਣ। ਗੁਰਬਾਣੀ ਇਹੀ ਕਹਿੰਦੀ ਹੈ ਨਾ, ਮਾਇਆ ਬਿਨਾਂ ਸਰਦਾ ਨਹੀਂ, ਪਰ ਮਾਇਆ ਤੋਂ ਬਚ ਕੇ ਵੀ ਰਹਿਣ। ਪ੍ਰੈਸ ਬਿਨਾਂ ਸਰਦਾ ਨਹੀਂ, ਪਰ ਪ੍ਰੈਸ ਤੋਂ ਬਚ ਕੇ, ਪ੍ਰੈਸ ਤੇ ਸਾਵਧਾਨ ਵੀ ਰਹਿਣ। ਪ੍ਰੈਸ ਵਾਲੇ ਬਲੈਕਮੇਲਰ ਜ਼ਿਆਦਾ ਨੇ, ਨੁਕਸਾਨ ਜ਼ਿਆਦਾ ਕਰਦੇ ਨੇ, ਫਾਇਦਾ ਘੱਟ ਕਰਦੇ ਨੇ। ਫਾਇਦਾ ਕੀ ਕਰਦੇ ਨੇ? ਖਬਰਾਂ ਹੀ ਦੱਸਦੇ ਨੇ ਸਾਨੂੰ। ਕੀ ਫਾਇਦਾ ਕਰਦੇ ਪ੍ਰੈਸ ਵਾਲੇ? ਸਵਾਏ ਖਬਰਾਂ ਤੇ ਕੀ ਕਰਦੇ ਨੇ? ਸਰਕਾਰ ਵੀ ਕਰ ਸਕਦੀ ਹੈ ਖਬਰਾਂ ਦਾ, ਹਾਂ, ਪਰ ਸਰਕਾਰ ਵਾਲੇ ਕਈ ਵਾਰ ਖਬਰਾਂ ਸਹੀ ਨਹੀਂ ਦਿੰਦੇ, ਗਲਤ ਦੇ ਸਕਦੇ ਨੇ ਪਬਲਿਕ ਨੂੰ। ਇਹ ਆ ਵੀ ਇਹ ਸਹੀ ਖਬਰ ਦੇਵੇ। ਇੰਨੀ ਗੱਲ ਦਾ ਬੈਨੀਫਿਟ ਲੈ ਕੇ ਨੁਕਸਾਨ ਜ਼ਿਆਦਾ ਕਰ ਰਹੇ ਨੇ ਪ੍ਰੈਸ ਵਾਲੇ। ਬਲੈਕਮੇਲ ਬਹੁਤ ਹੀ ਕਰਦੇ ਨੇ। ਹੁਣ ਜੋਗਿੰਦਰ ਸਿੰਘ ਕੀ ਕਰ ਰਿਹਾ? ਬਲੈਕਮੇਲਿੰਗ ਕਰ ਰਿਹਾ, ਧਰਮ ਨੂੰ ਬਲੈਕਮੇਲ ਕਰ ਰਿਹਾ, ਔਰ ਕੁਝ ਨਹੀਂ ਕਰ ਰਿਹਾ। ਚੰਗਾ ਉਹਨੇ ਦੱਸੇ, ਆਪਾਂ 7 ਸਾਲ 8 ਸਾਲ ਸਿੱਖ ਚੰਗਾ ਸਿੱਖੀ ਵਾਸਤੇ ਕੀ ਕੀਤਾ ਉਹਨੇ, ਉਹ ਦੱਸੇ। ਸਵਾਏ ਨਿੰਦਿਆ ਤੋਂ ਅਕਾਲ ਤਖਤ ਦੀ ਹੈ ਜਹੇਦਾਰਾਂ ਦੀ, ਉਹਨੇ ਹੋਰ ਕੀ ਕੀਤਾ ਹੈ? ਨਿੰਦਿਆ ਵੀ ਹੋਣੀ ਚਾਹੀਦੀ ਹੈ, ਨਿੰਦਿਆ ਵੀ ਕੋਈ ਅਸਾਰੂ ਚਾਹੀਦੀ ਹੈ। ਸਹੀ ਪੱਖ ਦੇਖੋ, ਗੁਰਬਾਣੀ ਵੀ ਕਰਦੀ ਹੈ ਦੂਏ ਧਰਮਾਂ ਦੀ ਟਿੱਪਣੀ। ਅਸਾਰੂ ਪੱਖ ਦੱਸ ਕੇ, ਇਹਨੇ ਅਸਾਰੂ ਪੱਖ ਕਿਹੜਾ ਦੱਸੇ? ਬਈ ਆਪੋਜੀਸ਼ਨ ਹੁੰਦੀ ਹੈ, ਕਰਦੀ ਹੈ, ਪਰ ਅਸਾਰੂ ਗੱਲ ਕਰੇ। ਇਹ ਤਾਂ ਅਸਾਰੂ ਪੱਖੇ ਨਹੀਂ ਇਹਦਾ ਹੈ, ਇਹ ਸਾਰਾ ਨੈਗੇਟਿਵ ਹੈ ਪੱਖ। ਅਸਾਰੂ ਦੱਸੇ ਕੀ ਹੈ? ਅਸਾਰੂ ਕੁਝ ਵੀ ਨਹੀਂ। ਇੱਕ ਵੀ ਗੱਲ ਦੱਸਿਆ ਅਸਾਰੂ ਕੀ ਹੈ ਤੇਰੇ ਕੋਲ? ਸਭ ਕੁਝ ਝੂਠ, ਸਭ ਕੁਝ ਝੂਠ, ਸਭ ਕੁਝ ਝੂਠ। ਬਾਰ-ਬਾਰ ਇੱਕੋ ਗੱਲ ਨੂੰ ਝੂਠ ਕਹੀ ਜਾਣਾ, ਇਹ ਅਸਾਰੂ ਪੱਖ ਹੈ। ਐਸੋ ਸੋ ਸਾਹਿਬ ਪਾਏ ਕਹਾਂ ਪਰਵਾਹ ਰਹੀ, ਇਹ ਦਾਸ ਤਿਹਾਰੇ। ਇਹ ਤੇਰੇ ਦਾਸ ਨੂੰ ਐਸਾ ਸਾਹਿਬ ਦੇ ਚਰਨਾਂ ਦੀ ਪ੍ਰਾਪਤੀ ਕਰਕੇ ਐਸੇ ਸਾਹਿਬ ਦਾ ਲੜ ਮਿਲ ਗਿਆ, ਪੱਲਾ ਮਿਲ ਗਿਆ, ਫਿਰ ਇਹਨੂੰ ਕਿਹਦੀ ਪਰਵਾਹ ਹੈ? ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਮੈਨੂੰ।